हम ना सकत कर सिफत तुम्हारी, आप लिहो तुम कथा। सतनाम श्री वाहिगुरु साहिब जी दोहरा। तिस मानवंतर के बिखै कथा भई जिस भाई, सुनहो प्रीत कर उमा तब गई तपन तिस थाई। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संगत जी, ਆਪ ਜੀ ਵਡਭਾਗੇ ਹੋ। ਗੁਰੂ ਸਾਹਿਬਾਂ ਦੀ ਗੋਦ ਵਿੱਚ ਸੰਧਿਆ ਦੇ ਦੀਵਾਨਾਂ 'ਚ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਹੁਣ ਆਪਣੀਆਂ ਮਨ ਬਿਰਤੀਆਂ ਨੂੰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ ਨਾਲ ਜੋੜੀਏ। ਕਲਗੀਧਰ ਪਾਤਸ਼ਾਹ ਨੂੰ ਖਾਲਸੇ ਨੇ ਪੁੱਛਿਆ ਹੈ, ਮਹਾਰਾਜ ਗੁਰੂ ਘਰ ਦੇ ਵਿੱਚ ਜੋ ਭਗਉਤੀ ਚੰਡੀ ਦਾ ਸੰਕਲਪ ਹੈ ਇਹ ਆਪ ਜੀ ਨੇ ਆਰੰਭ ਕੀਤਾ ਹੈ, ਇਹਦਾ ਕੀ ਕਾਰਨ ਹੈ? ਕਿਆ ਗੁਰੂ ਘਰ ਦੇ ਵਿੱਚ ਚੰਡੀ ਔਰ ਗੁਰੂ ਦੋ ਚੀਜ਼ ਹਨ ਕਿ ਇੱਕੋ ਹੀ ਹੈ? ਤਾਂ ਸਤਿਗੁਰੂ ਕਹਿੰਦੇ, ਭਾਈ ਖਾਲਸਾ ਜੀ ਇਹਦੇ 'ਚ ਸ਼ੰਕਾ ਨਾ ਕਰੋ, ਇਹ ਗੁੱਝੀ ਗੱਲ ਹੈ ਜਿਹੜੀ ਨਾ ਦੱਸੀ ਜਾ ਸਕਦੀ ਹੈ ਅਤੇ ਨਾ ਮੋਟੀ ਬੁੱਧੀ ਨਾਲ ਸਮਝੀ ਜਾ ਸਕਦੀ ਹੈ। ਜਿੰਨਾ ਚਿਰ ਗੁਰੂ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਚੀਜ਼ਾਂ ਦੀ ਫੀਲਿੰਗ ਅਨੁਭਵ ਨਹੀਂ ਹੁੰਦਾ। ਅਨੁਭਵ ਤੋਂ ਬਿਨਾਂ ਹਰ ਇੱਕ ਬੰਦਾ ਅੰਨਾ ਹੁੰਦਾ ਹੈ। ਮਹਾਰਾਜ ਕਹਿੰਦੇ, ਭਾਈ ਗੁਰਸਿੱਖੋ, ਅਸਲ ਵਿੱਚ ਜੋ ਪਰਮੇਸ਼ਰ ਅਕਾਲ ਪੁਰਖ ਦੀ ਸ਼ਕਤੀ ਹੈ, ਇਹ ਕਿਉਂ ਅਸੀਂ ਆਪਣੇ ਪੂਰਬਲੇ ਜਨਮਾਂ ਵਿੱਚ ਜੋ ਸਾਧਨਾ ਕੀਤੀ ਸੀ ਅਤੇ ਉਹ ਚੰਡੀ ਨਾਲ ਸਾਡਾ ਕੋਈ ਬਚਨ ਹੋਇਆ ਸੀ, ਉਹ ਬਚਨ ਪੂਰਾ ਹੋਇਆ ਕਲਯੁਗ ਦੇ ਵਿੱਚ, ਫਿਰ ਉਹਦੀ ਲੋੜ ਪਈ ਹੈ। ਉਹ ਕਥਾ ਮਹਾਰਾਜ ਦੱਸ ਰਹੇ ਨੇ। ਇੱਕ ਮਨਵੰਤਰ 31 ਕਰੋੜ ਔਰ ਸਾਧ ਸੰਗਤ ਜੀ 14,48,000 ਸਮੇਂ ਨੂੰ ਸਾਲ ਦਾ ਸਮਾਂ ਹੋਵੇ, ਉਹਨੂੰ ਇੱਕ ਮਨਵੰਤਰ ਕਹਿੰਦੇ ਹਨ। ਉਸ ਮਨਵੰਤਰ ਵਿੱਚ ਜੋ ਕਥਾ ਹੋਈ ਸੀ, ਕਿਉਂਕਿ ਇਹ ਦੁਨੀਆ ਇੱਕ ਵਾਰੀ ਨਹੀਂ ਬਣੀ, ਕਲਯੁਗ ਵੀ ਇੱਕ ਵਾਰੀ ਨਹੀਂ ਆਇਆ, ਸਤਯੁਗ ਵੀ ਇੱਕ ਵਾਰੀ ਨਹੀਂ ਆਇਆ। ਚਾਰੇ ਯੁੱਗਾਂ ਦੀ ਚੌਂਕੜੀ ਬਦਲ ਬਦਲ ਕੇ ਆਉਂਦੀ ਰਹਿੰਦੀ ਹੈ। ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ, ਫਿਰ ਕਲਯੁਗ, ਫਿਰ ਸਤਯੁਗ, ਫਿਰ ਇਸੇ ਤਰ੍ਹਾਂ ਹੀ ਇਹ ਕਰਮ ਚੱਲਦਾ ਰਹਿੰਦਾ ਹੈ। ਦਸਮ ਪਾਤਸ਼ਾਹ ਦੀ ਬਾਣੀ ਵਿੱਚ ਵੀ ਇਸੇ ਤਰ੍ਹਾਂ ਹੀ ਲਿਖਿਆ ਹੈ। ਸੋ ਹੁਣ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ ਕਥਾ ਸੁਣਾ ਰਹੇ ਨੇ, ਜੋ ਭਾਈ ਸਾਹਿਬ ਸਿੰਘ ਜੀ ਲਿਖਾਰੀ ਨੇ ਭਾਈ ਰਾਮ ਕੌਰ ਜੀ ਕੋਲੋਂ ਲਿਖ ਕੇ ਸੁਣ ਕੇ ਲਿਖੀ ਸੀ। ਉਹਦੇ ਆਧਾਰ 'ਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ। ਮਨ ਬਿਰਤੀਆਂ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਇਕਾਗਰ ਕਰੋ। ਸਾਰੀ ਸੰਗਤ ਪਿਆਰ ਸਹਿਤ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿਸ ਮਾਨਵੰਤਰ ਕੇ ਬਿਖੈ ਕਥਾ ਭਈ ਜਿਸ ਭਾਈ। ਉਹ ਜਿਹੜਾ ਸਮਾਂ ਸੀਗਾ ਉਹ ਮਨਵੰਤਰ ਸੀ, ਜੋ ਸਾਧ ਸੰਗਤ ਜੀ 31 ਕਰੋੜ 14 ਲੱਖ ਅਤੇ 48,000 ਸਾਲ ਦਾ ਜੋ ਸਮਾਂ ਸੀ, ਬਹੁਤ ਪੁਰਾਤਨ ਯੁੱਗਾਂ ਦੀ ਗੱਲ ਹੈ। ਉਸ ਵੇਲੇ ਜੋ ਕੁਝ ਹੋਇਆ ਸੀ ਉਹ ਸਰਵਣ ਕਰੀਏ। ਸੁਨਹੁ ਪ੍ਰੀਤ ਕਰ ਉਮਾ ਤਬ ਗਈ ਤਪਨ ਤਿਸ ਥਾਈ। ਕਹਿੰਦੇ ਵਿੰਧਿਆਚਲ ਪਰਬਤ ਉੱਤੇ ਸ਼ਕਤੀ ਤਪ ਕਰਨ ਵਾਸਤੇ ਗਈ ਸੀ। ਨਿਸ਼ਾਨੀ ਛੰਦ ਦਾਨਵ ਦੈਤਨ ਪਾਏ ਬਲ ਸੁਰ ਕਰੇ ਪਰਾਜੈ। ਦੈਤਾਂ ਨੇ, ਰਾਖਸ਼ਾਂ ਨੇ ਜ਼ੋਰ ਪਾ ਲਿਆ। ਧਰਤੀ ਉੱਤੇ ਸਾਰੇ ਪਾਸੇ ਰਾਖਸ਼ਾਂ ਦੀ ਬਹੁਤ ਜ਼ਿਆਦਾ ਮਾਰੋ ਮਾਰ ਮਚ ਗਈ। ਉਹਨਾਂ ਨੇ ਦੇਵਤਿਆਂ ਨੂੰ ਜੰਗ ਵਿੱਚ ਹਰਾ ਦਿੱਤਾ। ਦੇਵਤੇ ਹਾਰ ਕੇ ਜੰਗਲਾਂ ਪਹਾੜਾਂ ਵਿੱਚ ਲੁਕ ਗਏ। ਛੀਨ ਲੀਨ ਸੁਰ ਲੋਕ ਕੋ ਕਰ ਗਰਭ ਮਹਾ ਜੈ। ਕਹਿੰਦੇ ਆਪਣੀ ਜਿੱਤ ਦਾ ਦੈਂਤਾਂ ਨੂੰ ਹੰਕਾਰ ਵੀ ਬੜਾ ਹੋਇਆ। ਉਹਨੇ ਸਵਰਗ 'ਤੇ ਵੀ ਕਬਜ਼ਾ ਕਰ ਲਿਆ। ਦਏ ਕਾਢ ਸੁਰ ਧਾਮ ਤੇ ਬਸੇ ਸਿਵਪੁਰੀ ਜਾਏ। ਕਹਿੰਦੇ ਉਹਨਾਂ ਨੂੰ ਦੇਵਲੋਕ 'ਚੋਂ ਕੱਢ ਦਿੱਤਾ, ਦੇਵਤਿਆਂ ਨੂੰ। ਉਹ ਵਿਚਾਰੇ ਇੱਧਰ ਉੱਧਰ ਜੰਗਲਾਂ ਪਹਾੜਾਂ 'ਚ ਭਟਕਦੇ ਫਿਰਦੇ ਹਨ। ਬ੍ਰਹਮਾ ਢਿਗ ਸੋ ਦੀਨ ਹੋਇ ਸਭ ਜਾਏ ਪੁਕਾਰੇ। ਸਾਰੇ ਦੇਵਤੇ ਸਾਧ ਸੰਗਤ ਜੀ ਕੀ ਹੁੰਦੇ? ਚੰਗੇ ਬੰਦੇ, ਨੇਕ ਬੰਦੇ, ਜਿਹੜੇ ਬੰਦੇ ਚਾਹੁੰਦੇ ਆ
ਹੁਣ ਵੀ ਧਰਤੀ ਤੇ ਦੇਵਤੇ ਵੀ ਹਨ, ਦੈਂਤ ਵੀ ਹਨ, ਜਿਹੜੇ ਚਾਹੁੰਦੇ ਆ ਵੀ ਸੰਸਾਰ ਸੁਖੀ ਰਵੇ, ਹਰ ਇੱਕ ਬੰਦੇ ਨੂੰ ਟਾਈਮ ਸਿਰ ਰੋਟੀ ਮਿਲੇ, ਹਰ ਇੱਕ ਬੰਦੇ ਨੂੰ ਟਾਈਮ ਸਿਰ ਦਵਾਈ ਬੂਟੀ ਮਿਲੇ, ਸਾਰੀਆਂ ਸਹੂਲਤਾਂ, ਸਾਰੇ ਆਰਾਮ ਨਾਲ ਰਹਿਣ। ਉਹ ਬੰਦੇ ਜਿਹੜੇ ਸੋਚਦੇ ਹੈ ਉਹ ਦੇਵਤੇ ਹੈ। ਜਿਹੜੇ ਸੋਚਦੇ ਆ ਵੀ ਲੋਕਾਂ ਦਾ ਨੁਕਸਾਨ ਹੋਵੇ, ਲੋਕ ਪਰੇਸ਼ਾਨ ਹੋਣ, ਲੋਕਾਂ ਦੇ ਕੰਮਾਂ 'ਚ ਰੁਕਾਵਟ ਪਵੇ, ਉਹ ਦੈਂਤ ਹਨ। ਸੋ ਦੇਵਤਾ ਜਾਂ ਦੈਂਤ ਬੰਦੇ ਦੀ ਬਿਰਤੀ ਹੋਇਆ ਕਰਦੀ ਹੈ। ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦਸਮ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਜਿਹੜਾ ਬੰਦਾ ਸਾਧੂਆਂ ਵਾਲੇ ਕੰਮ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ ਦੇਵਤਾ। ਉਹ ਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂ ਕੋ ਜਗ ਤਰਹੀ। ਮਾੜੇ ਕੰਮ ਕਰੇ ਆਪਾਂ ਕਹਿੰਦੇ ਬੜਾ ਰਾਖਸ਼ ਬੰਦਾ ਹੈ, ਤਾਂ ਬੜਾ ਜ਼ਾਲਮ ਹੈ, ਬੜਾ ਦੈਂਤ ਹੈ ਤਾਂ। ਸੋ ਇਸ ਤਰ੍ਹਾਂ ਜਿਹੜੇ ਦੈਂਤ ਸਨ ਉਹ ਮਾੜੇ ਕਰਮ ਕਰਨ ਵਾਲੇ, ਉਹਨਾਂ ਨੇ ਦੇਵਤਿਆਂ ਨੂੰ ਭਜਾ ਦਿੱਤਾ ਅਤੇ ਦੇਵਤੇ ਜੰਗ ਦੇ ਮੈਦਾਨ ਵਿੱਚ ਹਾਰ ਕੇ ਸ਼ਤਰਨ ਦੀਏ ਵਿਕਾਸ ਹਮ ਅਬ ਸ਼ਰਨ ਤੁਹਾਰੇ। ਕਹਿੰਦੇ ਹਾਂਜੀ, ਸ਼ਤਰਨ ਦੀਏ ਨਿਕਾਸ ਹਮ ਅਬ ਸ਼ਰਨ ਤੁਹਾਰੇ। ਕਹਿੰਦੇ ਜਾ ਕੇ ਦੇਵਤੇ ਬ੍ਰਹਮਾ ਨੂੰ ਪੁਕਾਰ ਕਰਦੇ, ਹੇ ਬ੍ਰਹਮਾ ਜੀ, ਸਾਨੂੰ ਸਾਡੇ ਦੁਸ਼ਮਣਾਂ ਨੇ ਜੰਗ 'ਚੋਂ ਭਜਾ ਦਿੱਤਾ ਹੈ, ਅਸੀਂ ਹੁਣ ਤੁਹਾਡੀ ਸ਼ਰਨ ਆਏ ਹਾਂ। ਦ੍ਰੋਹਣ ਉਪਾਏ ਬਖਾਨ ਕੈ ਸੁਰ ਸਭ ਸਮਝਾਏ। ਕਹਿੰਦੇ ਬ੍ਰਹਮਾ ਜੀ ਨੇ ਸਾਰੇ ਦੇਵਤਿਆਂ ਨੂੰ ਸਮਝਾਇਆ ਤੇ ਇਸ ਸਮੱਸਿਆ ਦਾ ਉਹਨਾਂ ਨੇ ਸਮਾਧਾਨ ਵੀ ਦੱਸਿਆ। ਆਦਿ ਸ਼ਕਤ ਸ਼੍ਰੀ ਚੰਡਕਾ ਲਿਹੁ ਤਾਹੇ ਰਜਾਏ। ਬ੍ਰਹਮਾ ਜੀ ਕਹਿਣ ਲੱਗੇ, ਦੇਖੋ ਭਾਈ, ਰਾਜ ਇਵੇਂ ਤਾਂ ਮਿਲਦਾ ਨਹੀਂ, ਕਹੂ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੋ ਲੈ ਹੈ। ਰਾਜ ਤਾਂ ਖੋਣਾ ਪੈਂਦਾ ਤੇ ਉਹ ਤੁਹਾਨੂੰ ਕੌਣ ਮਦਦ ਕਰੇਗਾ? ਉਹਦੇ ਵਿੱਚ ਤੁਹਾਡੀ ਇੱਕੋ ਹੀ ਮਦਦ ਕਰੇਗੀ ਚੰਡੀ। ਚੰਡੀ ਤੋਂ ਬਿਨਾਂ ਕੋਈ ਦੂਜਾ ਬੰਦਾ ਜੰਗ ਦੇ ਵਿੱਚ ਕੰਮ ਨਹੀਂ ਆਉਂਦਾ। ਰਾਜ ਖੋਣਾ ਹੋਵੇ ਤਾਂ ਸ਼ਸਤਰਾਂ ਨਾਲ ਹੀ ਖੋਣਾ। ਇਸ ਕਰਕੇ ਆਦਿ ਸ਼ਕਤ ਸ੍ਰੀ ਚੰਡਕਾ ਤੁਮ ਲਿਓ ਮਨਾਈ। ਉਹ ਜਿਹੜੀ ਪਰਮੇਸ਼ਰ ਦੀ ਸ਼ਕਤੀ ਆ, ਚੰਡੀ ਆ, ਉਹਨੂੰ ਮਨਾਓ, ਉਹਦੀ ਭਗਤੀ ਕਰੋ, ਉਹਦਾ ਸਿਮਰਨ ਕਰੋ। ਲੈਦਾ ਹੈ ਤੁਮ ਰਾਜ ਕੋ ਜਹ ਅਦਕ ਸਮਾਜਾ। ਬ੍ਰਹਮਾ ਜੀ ਕਹਿਣ ਲੱਗੇ, ਤੁਹਾਨੂੰ ਚੰਡੀ ਰਾਜ ਲੈ ਕੇ ਦੇਵੇਗੀ, ਉਹ ਪ੍ਰਤਾਪ ਤੁਹਾਡਾ ਬਣਾਵੇਗੀ। ਚੰਡੀ ਤੋਂ ਬਿਨਾਂ ਕੋਈ ਤੁਹਾਨੂੰ ਦੂਸਰਾ ਰਾਜ ਲੈ ਕੇ ਨਹੀਂ ਦੇ ਸਕਦਾ। ਬ੍ਰਹਮਾ ਤੇ ਗਏ ਸੁਰ ਹਰ ਖਾਵਨ ਕਾਜਾ। ਕਹਿੰਦੇ ਬ੍ਰਹਮਾ ਜੀ ਦਾ ਬਚਨ ਸੁਣ ਕੇ ਸਾਰੇ ਦੇਵਤੇ ਚੰਡੀ ਦੇ ਦਰਬਾਰ ਵਿੱਚ ਗਏ ਹਨ, ਚੰਡੀ ਦੀ ਭਗਤੀ ਕਰਨ ਲੱਗੇ ਹਨ, ਚੰਡੀ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਰਾਧੀ ਚੰਡਿਕਾ ਬਿਦਤੀ ਜਗਮਾਈ। ਜਦੋਂ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਥਮ ਭਗਉਤੀ ਸਿਮਰ ਕੇ ਉਸ ਵਾਹਿਗੁਰੂ ਦੀ ਸ਼ਕਤੀ ਨੂੰ ਯਾਦ ਕੀਤਾ, ਕਿਉਂਕਿ ਉਹ ਸਦਾ ਸਦਾ ਹੀ ਹੈ ਸਾਧ ਸੰਗਤ ਜੀ। ਕਦੀ ਵੀ ਐਸਾ ਸਮਾਂ ਸੰਸਾਰ ਤੇ ਨਹੀਂ ਜਦੋਂ ਵਾਹਿਗੁਰੂ ਦੀ ਸ਼ਕਤੀ ਨਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਪਰਮੇਸ਼ਰ ਦੀ ਸ਼ਕਤੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਦੋਂ ਕੋਈ ਯਾਦ ਕਰੇ ਉੱਥੇ ਹੀ ਹਾਜ਼ਰ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਕੋਈ ਯਾਦ ਕਰੇ ਉੱਥੇ ਹੀ ਪਰਮੇਸ਼ਰ ਸਹਾਇਤਾ ਕਰਨ ਲਈ ਆ ਜਾਂਦੇ। ਤਾਂ ਜਦੋਂ ਦੇਵਤਿਆਂ ਨੇ ਆਦਿ ਸ਼ਕਤੀ ਚੰਡਕਾ ਨੂੰ ਯਾਦ ਕੀਤਾ, ਉਸ ਯੁੱਧ ਦੀ ਦੇਵੀ ਨੂੰ ਯਾਦ ਕੀਤਾ, ਤਾਂ ਉਹ ਪ੍ਰਗਟ ਹੋ ਕੇ ਖਲੋ ਗਈ। ਕਰ ਬੰਦੇ ਬਿਨਤੀ ਸਹਿਤ ਨਿਜ ਬ੍ਰਿਥਾ ਸੁਨਾਈ। ਹੱਥ ਜੋੜ ਕੇ ਦੇਵਤਿਆਂ ਨੇ ਬੇਨਤੀ ਕੀਤੀ ਕਿ ਮਾਤਾ, ਅਸੀਂ ਤਾਂ ਲੁੱਟੇ ਗਏ ਹਾਂ, ਸਾਡਾ ਤਾਂ ਰਾਜ ਭਾਗ ਖੋਹ ਲਿਆ, ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ। ਲਿਆ ਮੈਖਾਸੁਰ ਹਮਾਰਾ ਛੀਨ ਧਾਮ ਹੈ, ਕੀਜੈ ਸੋਈ ਮਾਤ ਬਾਤ ਤੁਮ ਕੋ ਸੁਹਾਤ। ਸਭ ਸੇਵਕ ਕਦੀਮ ਤਕ ਆਏ ਤੇਰੀ ਸ਼ਾਮ ਹੈ, ਦੀਜੈ ਬਾਜ ਦੇਸ਼ ਹਮੈ ਮੇਟਿਆ ਕਲੇਸ਼ ਲੇਸ਼। ਕੀਜਿਆ ਅਭੇਸ਼ ਉਨੈ ਬੜੋ ਯਹ ਕਾਮ ਹੈ। हे माँ, कुकर को मारत ना को नाम लैके, ताहे मारत है लैके ताके खावंद को नाम है। कदी कदे किसी बंदे ने कुत्ते नूं डंडा कुत्ता कह के नहीं मारिया, ओए कुत्तिया तू मर जाए, बल्कि डंडा मारन लग्या कहंदे ने तेरे साई मर जाण, तेरे मालक मर जाण जिन्हां ने कुत्ता पालिया होया। हे माँ, सानू गालां नहीं पै रहीआं, ਇਹ ਸਾਡੀ ਬੇਇੱਜ਼ਤੀ ਨਹੀਂ ਹੋ ਰਹੀ, ਇਹ ਸਾਡੀ ਦੁਰਦਸ਼ਾ ਨਹੀਂ ਹੋ ਰਹੀ,
ਇਹ ਮਾਤਾ ਤੇਰੀ ਹੋ ਰਹੀ ਹੈ, ਤੂੰ ਸਾਡੀ ਮਾਂ ਹੈ ਤੇ ਤੇਰੇ ਅਸੀਂ ਪੁੱਤਰ ਹਾਂ ਸਾਰੇ ਦੇਵਤੇ। ਸਾਧ ਸੰਗਤ ਜੀ, ਜਿੰਨੇ ਵੀ ਦੇਵਤੇ 33 ਕਰੋੜ ਹੈ, ਚੰਦ ਸੂਰਜ ਹਵਾ ਪਾਣੀ ਅੱਗ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ, ਜਿੰਨੇ ਵੀ 33 ਕਰੋੜ ਦੇਵੀ ਦੇਵਤੇ ਹੈ, ਇਹ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਦੇ ਪੈਦਾ ਕੀਤੇ ਹੋਏ ਆ। ਉਹ ਸਭ ਤੋਂ ਮੂਲ ਹੈ ਪ੍ਰਥਮ ਭਗਉਤੀ। ਸੋ ਉਹਦੇ ਅੱਗੇ ਅਰਦਾਸ ਕਰਦੇ, ਮਾਤਾ ਅਸੀਂ ਤੇਰੇ ਬੱਚੇ ਆ, ਜੇ ਸਾਨੂੰ ਮਾਰ ਪੈ ਰਹੀ ਹੈ ਨਾ ਤੈਨੂੰ ਪੈ ਰਹੀ ਹੈ, ਤੇਰੀ ਬਦਨਾਮੀ ਹੈ। ਕੂਕਰ ਕੋ ਮਾਰਤ ਨਾ ਕੋਊ ਨਾਮ ਲੈ ਕੇ, ਕੁੱਤੇ ਨੂੰ ਕਦੀ ਕੁੱਤਾ ਕਹਿ ਕੇ ਥੋੜਾ ਕੋਈ ਡੰਡਾ ਮਾਰਦਾ, ਬਲਕਿ ਕਹਿੰਦੇ ਤੇਰੇ ਸਾਈ ਮਰ ਜਾਣ। ਮਾਲਕਾਂ ਨੂੰ ਗਾਲ ਪੈਂਦੀ ਹੈ, ਜੇ ਕੁੱਤਾ ਕੋਈ ਗਲਤੀ ਕਰ ਦੇਵੇ ਉਹਦੇ ਮਾਲਕ ਨੂੰ ਫੜਦੇ ਆ ਵੀ ਤੂੰ ਆਪਣੇ ਕੁੱਤੇ ਨੂੰ ਸਾਂਭਿਆ ਕਿਉਂ ਨਹੀਂ, ਉਲਾਂਭਾ ਉਹਨੂੰ ਆਉਂਦਾ। ਇਸ ਕਰਕੇ ਮਹਾਰਾਜ, ਹੇ ਮਾਤਾ, ਹੇ ਚੰਡਕਾ, ਸਾਡੇ ਤੇ ਕਿਰਪਾ ਕਰੋ। ਦੈਂਤਨ ਕੀਨ ਅਨੀਤ ਲੱਖ ਨਿਰਜਰ ਸਤਕਾਰੇ। ਕਹਿੰਦੇ ਦੈਂਤਾਂ ਦੀ ਅਨੀਤੀ, ਦੈਂਤਾਂ ਦਾ ਜ਼ੁਲਮ ਦੇਖਿਆ, ਜਗਤ ਮਾਤ ਚੰਡਕਾ ਸਭ ਜਾਣਦੀ ਹੈ। ਉਹਨਾਂ ਦੀ ਅਨੀਤੀ ਵੇਖ ਕੇ ਉਹਨੇ ਦੇਵਤਿਆਂ ਨੂੰ ਹੌਸਲਾ ਦਿੱਤਾ, ਸਤਕਾਰ ਦਿੱਤਾ। ਲੈ ਦੇ ਹੋਂ ਤੁਮ ਦੇਸ਼ ਕੋ ਰਿਪ ਬ੍ਰਿੰਦ ਸੰਘਾਰੇ। ਭਾਈ ਤੁਸੀਂ ਫਿਕਰ ਨਾ ਕਰੋ, ਤੁਹਾਡਾ ਰਾਜ ਮੈਂ ਵਾਪਸ ਲੈ ਦਿਆਂਗੀ, ਰਾਖਸ਼ਾਂ ਨੂੰ ਮਾਰ ਦਿਆਂਗੀ। ਜੜੀ ਸਿੰਘ ਪਰ ਚੰਡਿਕਾ ਆਯੁਧ ਬਲ ਧਾਰੇ। ਉਸੇ ਵੇਲੇ ਸ਼ੇਰ ਤੇ ਸਵਾਰ ਹੋ ਗਈ ਤੇ ਆਪਣੇ 8 ਹੱਥਾਂ ਵਿੱਚ ਸ਼ਸਤਰ ਫੜ ਲਏ। 8 ਜਿਹੜੇ ਸ਼ਕਤੀ ਦੇ ਹੱਥ ਨੇ ਸਾਧ ਸੰਗਤ ਜੀ। ਫੋਟੋਆਂ ਬਣਾਉਣ ਵਾਲੇ ਤਾਂ ਫੋਟੋ ਬਣਾਉਂਦੇ ਹੋਰ ਤਰ੍ਹਾਂ, ਪਰ ਸਿੰਘ ਨਾਮ ਸ਼ੇਰ ਦਾ ਹੈ। ਜਿੰਨਾ ਖਾਲਸਾ ਬੈਠਾ ਇਹ ਸ਼ੇਰ ਹੈ। ਆਖੋ ਸ੍ਰੀ ਵਾਹਿਗੁਰੂ। ਇਹਦੇ ਉੱਤੇ ਬਾਬਾ ਦੀਪ ਸਿੰਘ ਵਰਗੇ ਸ਼ੇਰਾਂ ਉੱਤੇ ਚੰਡੀ ਸਵਾਰ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਤੇ ਉਹਦੇ 8 ਹੱਥ ਕਿਹੜੇ ਨੇ? ਚਤੁਰ ਦਿਸ਼ਾ ਕੀਨੋ ਬਲ ਆਪਣਾ, ਈਸਟ ਵੈਸਟ ਨਾਰਥ ਤੇ ਸਾਊਥ, 4 ਤਾਂ ਇਹ ਹੋ ਗਏ। ਤੇ 4 ਉਹਦੀਆਂ ਕੋਣਾਂ ਨੇ, ਅਗਨੀ ਕੌਣ, ਵਾਵੀ ਕੌਣ, ਨੈਰਤ ਕੌਣ, ਈਸ਼ਾਨ ਕੌਣ। ਇਹ ਚਾਰੇ ਮਿਲਾ ਕੇ ਤੇ 4 ਉਪ ਦਿਸ਼ਾ ਤੇ 4 ਵੱਡੀਆਂ ਦਿਸ਼ਾ। ਕਿੰਨੀਆਂ ਹੋ ਗਈਆਂ? 8। ਜਿਹਦੀ ਇਹ ਸਾਰੇ ਪਾਸੇ ਸ਼ਕਤੀ ਕੰਮ ਕਰ ਰਹੀ, ਉਹਦੀਆਂ 8 ਬਾਹਾਂ ਹਨ। ਇਹ ਬੜਾ ਬਰੀਕ ਵਿਸ਼ਾ ਹੈ, ਸੂਖਮ ਹੈ। ਅਸੀਂ ਫਿਜ਼ੀਕਲ ਸਰੀਰ ਵੇਖਾਂਗੇ ਵੀ 8 ਬਾਹਾਂ ਕਿਵੇਂ ਹੋ ਸਕਦੀਆਂ ਜਨਾਨੀ ਦੀਆਂ, ਜਾਂ ਕੋਈ ਬੀਬੀ ਸੀ, ਉਹ ਬੀਬੀ ਨਹੀਂ ਸੀ, ਉਹ ਸ਼ਕਤੀ ਸੀ, ਐਨਰਜੀ ਸੀ ਅਕਾਲ ਪੁਰਖ ਦੀ। ਉਹਦੇ 8 ਬਾਹਾਂ ਵਿੱਚ ਸ਼ਸਤਰ ਆ ਗਏ ਹਨ। ਹਾਂਜੀ। ਬਦੇ ਦੈਤ ਅਨਗਨ ਬਦੇ ਰਣ ਖੇਤ ਮਝਾਰੇ। ਕਹਿੰਦੇ ਜੰਗ ਦਾ ਅਖਾੜਾ ਭਖ ਗਿਆ, ਸੂਰਮੇ ਆਮਣੇ ਸਾਹਮਣੇ ਹੋ ਗਏ, ਬੜਾ ਘਮਸਾਨ ਦਾ ਯੁੱਧ ਮਚਿਆ। ਚੰਡੀ ਦੀ ਵਾਰ ਵਿੱਚ ਕਲਗੀਧਰ ਪਾਤਸ਼ਾਹ ਨੇ ਉਹਨਾਂ ਜੰਗਾਂ ਯੁੱਧਾਂ ਦਾ ਵਰਣਨ ਕੀਤਾ। ਉਮੜ ਲੱਥੇ ਸੂਰਮੇ, ਮਾਰ ਮਚੀ ਕਰਾਰੀ, ਜਾਪੇ ਚੱਲੇ ਰੱਤ ਦੇ ਸਲਲੇ ਜੱਟ ਧਾਰੀ। ਕਹਿੰਦੇ ਬੜਾ ਘਮਸਾਨ ਦਾ ਯੁੱਧ ਸ਼ੁਰੂ ਹੋਇਆ ਹੈ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਜਰਨੈਲ ਯੋਧਾ, ਜਿਹਦੀਆਂ ਅੱਖਾਂ 'ਚੋਂ ਧੂਆਂ ਨਿਕਲਦਾ ਸੀ, ਉਹ ਕਹਿੰਦਾ ਸੀ ਜੇ ਮੈਂ ਫੂਕ ਮਾਰ ਦਿਆਂ ਤੇ ਪਹਾੜ ਉੱਡ ਜਾਣਗੇ। ਐਡਾ ਯੋਧਾ ਸੀ, ਉਹਦਾ ਨਾਮ ਸੀ ਧੂਮਰ ਨੈਣ। ਧੂਮਰ ਨੈਣ ਕਹੈ, ਧੂਮਰ ਲੈਣ ਕਹੈ ਬਲ ਆਪਣੋ, ਸਵਾਸਨ ਸਾਥ ਪਹਾੜ ਉਡਾਊ। ਕਹਿੰਦਾ ਮੈਂ ਸਾਹ ਲਵਾਂ ਨਾ ਤੇ ਮੇਰੇ ਸਾਹ ਨਾਲ ਪਹਾੜ ਉੱਡ ਜਾਂਦੇ ਆ। ਉਹ ਚੰਡੀ ਨਾਲ ਯੁੱਧ ਕਰਨ ਲਈ ਆਇਆ ਤੇ ਚੰਡੀ ਨੇ ਉਹਨੂੰ ਮਾਰ ਦਿੱਤਾ। ਫਿਰ ਚੰਡ ਤੇ ਮੁੰਡ ਦੋਵੇਂ ਸੂਰਮੇ ਆਏ। ਮੁੰਡ ਕੋ ਮੁੰਡ ਉਤਾਰ ਦਿਓ, ਅਬ ਚੰਡ ਕੋ ਹਾਥ ਲਗਾਵਤ ਚੰਡੀ। ਜਦੋਂ ਚੰਡੀ ਨਾਲ ਯੁੱਧ ਹੋਇਆ, ਚੰਡੀ ਨੇ ਚੰਡ ਤੇ ਮੁੰਡ ਦੋਵੇਂ ਮਾਰ ਦਿੱਤੇ। ਫਿਰ ਤੀਜੇ ਨੰਬਰ ਤੇ ਸੁੰਭ ਸੁੰਭ ਦੀ ਫੌਜ ਦੇ ਵੱਡੇ ਜਰਨੈਲ 2 ਸਾਹਮਣੇ ਆਏ, ਚੰਡ ਤੇ ਮੁੰਡ। ਉਹਨਾਂ ਤੋਂ ਬਾਅਦ ਆਇਆ ਰਕਤ ਬੀਜ। ਉਹਨੂੰ ਵਰਦਾਨ ਸੀ ਵੀ ਜਿੰਨੇ ਮੇਰੇ ਖੂਨ ਦੇ ਤੁਪਕੇ ਧਰਤੀ ਤੇ ਡਿੱਗਣ, ਉਹਨੇ ਹੀ ਮੇਰੇ ਵਰਗੇ ਰਾਖਸ਼ ਪੈਦਾ ਹੋ ਜਾਣ। ਉਹਨੇ ਵਰ ਮੰਗਿਆ ਹੋਇਆ ਸੀ। ਜਦੋਂ ਉਹਦਾ ਸੀਸ ਲਾਇਆ, ਜਿੰਨੇ ਖੂਨ ਦੇ ਤਪਕੇ ਡਿੱਗੇ, ਉਹਨੇ ਹੀ ਉਹਦੇ ਵਰਗੇ ਹੋਰ ਪੈਦਾ ਹੋ ਗਏ। ਜਦੋਂ ਉਹ 1 ਤੋਂ 100 ਹੋ ਗਏ, ਜੇ 100 ਮਾਰਿਆ ਤੇ 1000 ਹੋ ਗਏ, 1000 ਮਾਰਿਆ ਤੇ ਲੱਖਾਂ ਹੋ ਗਏ, ਤੇ ਲੱਖਾਂ ਮਾਰੇ ਤੇ ਕਰੋੜਾਂ ਹੋ ਗਏ। ਹਾਂਜੀ। ਰਕਤ ਬੀਜ ਕੇ ਰਕਤ ਤੇ ਰਾਖਸ਼ ਸਮੁਦਾਏ। ਕਹਿੰਦੇ ਰਕਤ ਬੀਜ ਦਾ ਜਿੰਨਾ ਲਹੂ ਡੁੱਲਦਾ ਗਿਆ। ਅੱਜ ਵੀ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਹੀ ਦੇਖ ਲਓ, ਕਰੋਨਾ ਇਹੋ ਜਿਹਾ ਦੈਂਤ ਸੀ ਕਿ ਉਹਦੇ ਵਿੱਚੋਂ ਇੱਕ ਬੰਦੇ ਨੂੰ ਛੂਹ ਜਾਵੇ ਤੇ ਓਨੇ ਹੀ ਉਹਦੇ 'ਚ ਪੈਦਾ ਹੋ ਜਾਂਦੇ ਕੀਟਾਣੂ, ਅੱਗੇ ਉਹਦੇ 'ਚ ਪੈਦਾ ਹੋ ਜਾਂਦੇ। ਇਹ ਅਕਾਲ ਪੁਰਖ ਦੀਆਂ ਸ਼ਕਤੀਆਂ ਦਾ ਕੋਈ ਅੰਤ ਹੈ।
ਕਿਹੜੇ ਰੂਪ 'ਚ ਕੰਮ ਕਰਨਾ, ਕਿਵੇਂ ਕਰਨਾ, ਬੰਦਾ ਨਹੀਂ ਸਮਝ ਸਕਦਾ। ਕਹਿੰਦੇ 1 ਤੋਂ 100 ਤੇ 100 ਤੋਂ ਲੱਖਾਂ ਹੋ ਗਏ। ਜਦੋਂ ਲੱਖਾਂ ਹੀ ਦੈਂਤ ਧਰਤੀ ਤੇ ਇੱਕੋ ਜਿਹੇ ਫਿਰਦੇ ਹਨ। ਉਪਜਤ ਤਿਉ ਤਿਉ ਹਨਤ ਹੈ ਰਣ ਭੂਮ ਗਿਰਾਏ। ਜਿਉਂ ਜਿਉਂ ਪੈਦਾ ਹੋਈ ਜਾਂਦੇ, ਚੰਡੀ ਮਾਰੀ ਜਾਂਦੀ, ਮਾਰ ਮਾਰ ਕੇ ਸੁੱਟੀ ਜਾਂਦੀ, ਹੋਰ ਪੈਦਾ ਹੋਈ ਜਾਂਦੇ ਹਨ। ਤਿਉ ਤਿਉ ਹੋਤ ਅਸੰਖ ਹੀ ਟੋਟਾ ਨਹਿ ਆਇਓ। ਗਿਣਤੀ ਵੱਧਦੀ ਗਈ, ਸੈਂਕੜਿਆਂ ਤੋਂ ਹਜ਼ਾਰਾਂ ਤੇ ਹਜ਼ਾਰਾਂ ਤੋਂ ਲੱਖਾਂ ਦੇ ਲੱਖਾਂ ਤੋਂ ਕਰੋੜਾਂ ਦੇ ਕਰੋੜਾਂ ਤੋਂ ਅਰਬਾਂ 'ਚ ਪਹੁੰਚ ਗਏ, ਟੋਟਾ ਨਹੀਂ ਆਉਂਦਾ। ਬਹੁਤ ਬਰਖ ਸੰਗਰਾਮ ਭਾ ਲੇਖਾ ਨਹਿ ਪਾਇਓ। ਬੜੇ ਯੁੱਗ ਜੰਗ ਹੁੰਦਾ ਰਿਹਾ, ਕਈ ਸਦੀਆਂ ਲੜਾਈ ਵਿੱਚ ਹੀ ਬੀਤ ਗਈਆਂ, ਉਹ ਲੇਖਾ ਹਿਸਾਬ ਕਿਤਾਬ ਮੁੱਕਣ ਵਿੱਚ ਨਹੀਂ ਆਇਆ। ਨੌਕੇ ਪਰ ਸਤ ਸੂਨ ਲੱਗ ਸੰਖਿਆ ਸਭ ਕੀਨੀ। ਸਾਧ ਸੰਗਤ ਜੀ, 1 9 ਦੇ ਅੱਗੇ 7 ਜ਼ੀਰੋਆਂ ਲਾ ਦਿਓ। ਜੇ 5 ਜ਼ੀਰੋਆਂ ਲਾਓ ਤੇ ਲੱਖ ਬਣਦਾ, 6 ਲਾਓ ਤੇ 10 ਲੱਖ ਬਣਦਾ, ਜੇ 7 ਲਾ ਦਿਓ ਤੇ ਕਰੋੜ, 9 ਦੇ ਉੱਤੇ 7 ਜ਼ੀਰੋਆਂ ਲਾ ਦਿਓ ਤੇ ਕਿੰਨੀ ਬਣ ਗਈ? 9 ਕਰੋੜ। 9 ਕਰੋੜ ਜਿਹੜੇ ਸਨ ਉਹ ਰਖਤ ਬੀਜ ਦੇ ਦੈਂਤ ਬਣ ਗਏ। ਵਰਿੰਦਰ ਖੀਸ਼ਰ ਗਿਣਤ ਭੇ ਇਤਨੀ ਚਿਤ ਚੀਨੀ। ਬਹੁਤ ਸਾਰੇ ਰਿਸ਼ੀ ਮੁਨੀ ਨੂੰ ਗਿਣਨ ਤੇ ਹੀ ਲੱਗੇ ਰਹੇ, ਗਿਣਤੀ ਨਹੀਂ ਆਉਂਦੀ, ਗਿਣਨੇ ਹੀ ਔਖੇ ਹੋ ਗਏ। 9 ਕਰੋੜ ਬੰਦਾ ਗਿਣਨਾ ਕੋਈ ਸੌਖਾ ਹੁੰਦਾ? ਕਹਿੰਦੇ ਦੈਂਤ ਹੀ ਦੈਂਤ ਸਾਰੇ ਪਾਸੇ ਫਿਰਦੇ ਹਨ। ਭਏ ਰਖਤ ਤੇ ਪੁਨ ਹਤੇ ਬੁੱਧ ਬੁੱਧ ਸਮ ਸੋਈ। ਕਹਿੰਦੇ ਉਹ ਖੂਨ ਤੋਂ ਹੀ ਪੈਦਾ ਹੋਏ, ਉਹਨਾਂ ਦੇ ਬੁਲਬੁਲੇ ਖੂਨ ਦੇ ਉੱਠਦੇ ਸਨ ਤੇ ਉਹਦੇ ਵਿੱਚੋਂ ਦੈਂਤ ਪੈਦਾ ਹੋ ਜਾਂਦੇ ਸਨ। ਭਇਓ ਰਖਤ ਕੋ ਜਲ ਇਤੋ ਜਨ ਪਰਲੈ ਹੋਈ। ਕਹਿੰਦੇ ਪਾਣੀ ਤੇ ਨਜ਼ਰ ਨਹੀਂ ਆਉਂਦਾ, ਹੁਣ ਸਮੁੰਦਰ ਵਿੱਚ ਵੀ ਲਹੂ ਨਜ਼ਰ ਆਉਂਦਾ ਸੀ। ਧਰਤੀ ਦੇ ਨਦੀਆਂ ਲਹੂ ਦੀਆਂ ਭਰ ਕੇ ਚੱਲਦੀਆਂ ਸਨ, ਸਰੋਵਰਾਂ 'ਚ ਲਹੂ ਤਰਦਾ ਸੀਗਾ। ਕਹਿੰਦੇ ਉਹ ਖੂਨ ਦੀਆਂ ਨਦੀਆਂ ਵਗਾਤੀਆਂ, ਇੰਨਾ ਲਹੂ ਵਗਿਆ, ਇੰਨਾ ਯੁੱਧ ਹੋਇਆ। ਸੂਨ ਭਈ ਸਭ ਸ੍ਰੇਸ਼ਟ ਤਬ ਤਨ ਇੰਗਤ ਨਾਹੀ। ਕਹਿੰਦੇ ਧਰਤੀ ਜਿਹੜੀ ਹੈ ਨਾ ਉਹ ਸੁੰਨ ਹੋ ਗਈ, ਇੱਕ ਵਾਰੀ ਤਾਂ ਸੁੰਨ ਹੋ ਗਈ ਵੀ ਸਰੀਰ 'ਚ ਹਰਕਤ ਨਾ ਰਵੇ। ਆਖੋ ਸ੍ਰੀ ਵਾਹਿਗੁਰੂ। ਜਦੋਂ ਬੰਦਾ ਡਰ ਜਾਂਦਾ ਨਾ ਤੇ ਬੰਦਾ ਸੁੰਨ ਹੋ ਜਾਂਦਾ, ਉਹਨੂੰ ਜੇ ਕੋਈ ਕਹੀਏ ਨਾ, ਉਹਨੂੰ ਹੱਥ ਵੀ ਨਹੀਂ ਹਿੱਲਦੇ, ਉਹਦੀਆਂ ਅੱਖਾਂ ਨਹੀਂ ਫਰਕਦੀਆਂ, ਉਹਦੇ ਮੂੰਹ ਤੋਂ ਗੱਲ ਨਹੀਂ ਨਿਕਲਦੀ। ਆਹ ਸਾਰੀ ਧਰਤੀ ਇੰਨੀ ਭੈ ਭੀਤ ਹੋ ਗਈ, ਦੇਵਤੇ ਵੀ, ਦੈਂਤ ਵੀ, ਪਸ਼ੂ ਪੰਛੀ ਵੀ, ਕੀੜੇ ਮਕੌੜੇ ਵੀ ਡਰ ਗਏ। ਇੰਨਾ ਲਹੂ, ਇੰਨੀ ਲੜਾਈ, ਇੰਨਾ ਭਿਆਨਕ ਦ੍ਰਿਸ਼ ਬਣ ਗਿਆ ਸੰਸਾਰ ਦਾ। ਇਸ ਪ੍ਰਕਾਰ ਪਿਖੀਅਤ ਮਨੋ ਪਾਥਰ ਜਲ ਮਾਹੀ। ਏਦਾਂ ਲੱਗਦਾ ਸੀ ਜਿਵੇਂ ਧਰਤੀ ਸਮੁੰਦਰ ਦੇ ਵਿਚਕਾਰ ਪੱਥਰ ਦਾ ਇੱਕ ਟੁਕੜਾ ਹੀ ਰਹਿ ਗਈ ਹੈ, ਨਿਸ਼ਚੇਸ਼ਟਾ ਹੋ ਗਈ, ਕੋਈ ਹਲਚਲ ਨਹੀਂ, ਕੋਈ ਉਹਦੇ ਵਿੱਚ ਹਰਕਤ ਨਹੀਂ ਰਹੀ। ਗੁਣ ਗੁਣ ਸੰਗ ਜੋ ਚੰਡਕਾ ਇਹ ਸਮੈ ਭਲਾਈ। ਕਹਿੰਦੇ ਉਸ ਵੇਲੇ ਜਿਹੜੇ ਚੰਗੇ ਗੁਣ ਸੀ ਨਾ ਉਹ ਵੀ ਅਲੋਪ ਹੋ ਗਏ। ਸਾਧ ਸੰਗਤ ਜਦੋਂ ਲੜਾਈ ਹੁੰਦੀ ਹੈ ਨਾ, ਰੱਬ ਨਾ ਕਰੇ ਕੋਈ 3rd ਵਰਲਡ ਵਾਰ ਲੱਗ ਗਈ, ਜਿਹਦੇ ਅੱਜ ਆਸਾਰ ਬਣੇ ਹੋਏ ਨੇ ਦੁਨੀਆ ਦੇ ਉੱਤੇ, ਜੇ ਕਿਤੇ ਐਸਾ ਹੋ ਜਾਵੇ, ਆ ਜਿੰਨੀਆਂ ਰੌਣਕਾਂ ਲੱਗੀਆਂ ਨੇ, ਜਿੰਨੇ ਆਪਾਂ ਵਧੀਆ ਤਰੀਕੇ ਨਾਲ ਸਹੂਲਤਾਂ 'ਚ ਜੀ ਰਹੇ ਹਾਂ, ਇੱਦਾਂ ਜੀ ਲਵਾਂਗੇ? ਇਹ ਹਵਾਈ ਜਹਾਜ਼, ਇਹ ਟ੍ਰੇਨਾਂ, ਇਹ ਗੱਡੀਆਂ ਕਾਰਾਂ, ਇਹ ਘਰ 'ਚ ਬੈਠਿਆਂ ਹੀ ਸਾਰੀਆਂ ਚੀਜ਼ਾਂ ਖਾਣ ਪੀਣ ਨੂੰ ਮਿਲਣੀਆਂ, ਇੰਨਾ ਸੁੱਖ ਥੋੜ੍ਹਾ ਰਹਿਣਾ। ਫਿਰ ਤਾਂ ਜਾਨਾਂ ਦੀ ਪੈ ਜਾਣੀ ਹੈ, ਬਸ ਖੋਹ ਖੰਜ ਹੋਣੀ ਹੈ ਸਾਰੇ। ਇਹ ਹਾਲਤ ਉਦੋਂ ਵੀ ਬਣ ਗਈ। ਕਹਿੰਦੇ ਉਸ ਵੇਲੇ ਸਾਰੀ ਧਰਤੀ 'ਤੇ ਡਰ ਭੈ ਦਾ ਮਾਹੌਲ ਬਣ ਗਿਆ, ਧਰਤੀ ਸੁੰਨ-ਮੁੰਨ ਹੋ ਗਈ, ਸਭ ਥਾਂ ਥਾਂ ਦੇ ਕੰਬਲ ਲੱਗੇ ਹਨ। ਉਹ ਲੜ ਕਰ ਕੋ ਬਿਨ ਲੜੇ ਨਹਿ ਠਹਿਰਨ ਪਾਏ। ਕਈ ਤੇ ਲੜ ਕੇ ਮੈਦਾਨੇ ਜੰਗ 'ਚ ਮਾਰੇ ਗਏ, ਕਈ ਬਿਨਾਂ ਲੜੇ ਡਰ ਕੇ ਭੱਜ ਗਏ, ਕਈ ਬਿਨਾਂ ਲੜੇ ਡਰ ਕੇ ਹੀ ਮਰ ਗਏ, ਕੋਈ ਸਾਹਮਣੇ ਖਲੋਤਾ ਨਹੀਂ। ਐਸਾ ਚੰਡੀ ਨਾਲ ਦੈਂਤਾਂ ਦਾ ਯੁੱਧ ਹੋਇਆ। ਅੰਤਰ ਧਿਆਨ ਹੋਏ ਅੰਬਕਾ ਵਿੰਧਿਆਚਲ ਆਈ। ਪਰ ਦੈਂਤ ਘਟਣ ਵਿੱਚ ਨਹੀਂ ਆਏ। ਦੈਂਤਾਂ ਦਾ ਦਲ ਇੰਨਾ ਹੋ ਗਿਆ ਵੀ ਧਰਤੀ ਤੇ ਕੀੜਿਆਂ ਤਰ੍ਹਾਂ ਦੈਂਤ ਹੀ ਦੈਂਤ ਫਿਰਦੇ, ਬੁਰੇ ਬੰਦੇ ਹੀ ਫਿਰਦੇ ਆ। ਕਹਿੰਦੇ ਹੁਣ ਚੰਡਕਾ ਨੇ ਦੇਖਿਆ ਵੀ ਇਹ ਤਾਂ ਬਹੁਤ ਭਿਆਨਕ ਪਰਿਸਥਿਤੀ ਬਣ ਗਈ ਸੰਸਾਰ ਦੀ। ਚੰਡਕਾ ਫਿਰ ਅੰਤਰ ਧਿਆਨ ਹੋ ਕੇ ਵਿੰਧਿਆਚਲ ਤੇ ਆ ਗਈ। ਬਨ ਮੂਰਤ ਤਪ ਕਰਤ ਭੀ ਕਿਹ ਲਖੀ ਨ ਜਾਈ। ਉਹ ਜੰਗਲ ਵਿੱਚ ਮੂਰਤੀ ਰੂਪ ਹੋ ਗਈ। ਆ ਜਿਹੜੀ ਮੂਰਤੀ ਦੀ ਪੂਜਾ ਹੋਈ ਨਾ ਚੰਡਕਾ, ਉੱਥੋਂ ਮੂਰਤੀ ਸ਼ੁਰੂ ਹੋਈ ਹੈ। ਆਖੋ ਸ੍ਰੀ ਵਾਹਿਗੁਰੂ।
ਪੱਥਰ ਦੀ ਮੂਰਤੀ ਬਣਾ ਕੇ ਪੂਜਣ ਲੱਗ ਪਏ, ਕਿਉਂਕਿ ਚੰਡੀ ਨੇ ਦੇਖਿਆ ਜੇ ਮੈਂ ਪ੍ਰਤੱਖ ਸਰੂਪ 'ਚ ਦਰਸ਼ਨ ਦਿਆਂਗੀ ਦੈਂਤ ਮੈਨੂੰ ਟਿਕਣ ਨਹੀਂ ਦੇਣਗੇ। ਉਹਨੇ ਪੱਥਰ ਸਿਲਾ ਰੂਪ ਧਾਰਨ ਕਰ ਲਿਆ, ਮੂਰਤ ਰੂਪ ਹੋ ਗਈ ਤੇ ਤਪ ਕਰਨ ਲੱਗੀ ਹੈ। ਅਸੁਰ ਲਗੇ ਤਬ ਖੋਜਨੇ ਇਤ ਚੁਹੰਗਾਏ। ਤੇ ਰਾਖਸ਼ ਜਿਹੜੇ ਇਹਨਾਂ ਨੂੰ ਲੱਭਣ ਲੱਗ ਪਏ ਵੀ ਲੱਭ ਜਾਵੇ ਤੈਨੂੰ ਮਾਰ ਦਈਏ, ਅਕਾਲ ਪੁਰਖ ਦੀ ਪਰਮੇਸ਼ਰ ਦੀ ਸ਼ਕਤੀ ਦਾ ਨਾਸ ਕਰ ਦਈਏ ਤਾਂ ਕਿ ਦੇਵਤੇ ਕਦੀ ਵੀ ਸਿਰ ਨਾ ਉਠਾ ਸਕਣ। ਦੇਵਤਿਆਂ ਦੀ ਸਹਾਇਤਾ ਕਰਦੀ ਹੈ ਚੰਡੀ, ਸਾਡੇ ਦੁਸ਼ਮਣਾਂ ਦੀ ਸਹਾਇਤਾ ਕਰਦੀ ਹੈ। ਸਾਡੀ ਦੁਸ਼ਮਣ ਸਾਨੂੰ ਮਾਰਦੀ ਹੈ, ਅਸੀਂ ਉਹਨੂੰ ਮਾਰ ਦਈਏ। ਇਹ ਸੋਚ ਕੇ ਦੈਂਤ ਜਿਹੜੇ ਨੇ ਚੰਡੀ ਨੂੰ ਲੱਭਦੇ ਫਿਰਦੇ ਹਨ। ਇਕ ਤਪਸੀ ਤਬ ਨਿਧ ਤਹਾਂ ਜਿਸ ਸਿੱਖ ਸਮੁਦਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਸ ਵੇਲੇ ਇੱਕ ਮਹਾਨ ਤਪਸਵੀ ਜਿਹਦੇ ਬੜੇ ਮਹਾਨ ਚੇਲੇ ਤਪ ਕਰਨ ਵਾਲੇ ਸਨ, ਅੱਠੇ ਪੈਰ ਭਜਨ ਕਰਨ ਵਾਲਾ, ਉਹ ਇੱਕ ਤਪਸਵੀ ਤਪ ਕਰ ਰਿਹਾ ਸੀ। ਜੁਗ ਰਾਖਸ਼ ਤਿਹ ਜੂਥ ਪਤ ਬੂਝਣ ਤਬ ਲਾਗੇ। ਉਹ ਤਪਸਵੀ ਦਾ ਨਾਮ ਸੀ ਸਾਧ ਸੰਗਤ ਜੀ ਸਮੁੰਦ ਰਿਸ਼ੀ। ਆਖੋ ਸਤਨਾਮ ਸ੍ਰੀ। ਉਹ ਮਹਾਂਪੁਰਸ਼ ਬੈਠੇ ਧਿਆਨ ਵਿੱਚ ਪਰਮੇਸ਼ਰ ਦਾ ਸਿਮਰਨ ਕਰ ਰਹੇ ਸਨ। ਉਹਦੇ ਚੇਲੇ ਵੀ ਜਿਹੜੇ ਸਨ ਉਹ ਵੀ ਬੰਦਗੀ ਕਰਦੇ ਸਨ, ਸਾਧੂ ਸਨ। ਉਹਨਾਂ ਦੇ ਡੇਰੇ ਵਿੱਚ, ਉਹਨਾਂ ਦੇ ਆਸ਼ਰਮ 'ਚ, ਉਹਨਾਂ ਦੇ ਕੋਲ ਦੋ ਦੈਂਤ ਜਥੇਦਾਰ ਪਹੁੰਚੇ। ਇੱਕ ਦਾ ਨਾਂ ਸੀ ਬੇਲ, ਦੂਜੇ ਦਾ ਨਾਂ ਸੀ ਸੁਬੇਲ। ਬੇਲ ਤੇ ਸੁਬੇਲ ਦੈਂਤਾਂ ਨੇ ਉਸ ਸਮੁੰਦ ਰਿਸ਼ੀ ਜੀ ਨੂੰ ਪੁੱਛਿਆ ਹੈ। ਬੇਲ ਸੁਬੇਲ ਹੈ ਨਾਮ ਜਿਨ ਮਨ ਮਹਿਰਿਸ ਜਾਗੇ। ਬੜੇ ਕਰੋਧੀ, ਸੜੇ ਬੜੇ ਗੁੱਸੇ ਦੇ ਸੁਭਾਅ ਵਿੱਚ ਉਹ ਸਮੁੰਦ ਰਿਸ਼ੀ ਨੂੰ ਆ ਕੇ ਕੀ ਪੁੱਛਦੇ ਨੇ, ਉਹ ਬਾਬਾ ਇੱਥੇ ਕੋਈ ਰਾਂਡ ਤੇ ਨਹੀਂ ਆਈ? ਮਾੜਾ ਬਚਨ ਕਿਹਾ, ਮਾੜਾ ਬੋਲ ਬੋਲਿਆ। ਜਦੋਂ ਇਹ ਕਿਹਾ ਤੇ ਸਮੁੰਦ ਰਿਸ਼ੀ ਜੀ ਕਹਿੰਦੇ, ਓਏ ਮੂਰਖੋ, ਇੱਦਾਂ ਨਹੀਂ ਬੋਲੀਦਾ ਹੁੰਦਾ। ਉਹਦਾ ਪਰਮੇਸ਼ਰ ਦੀ ਸ਼ਕਤੀ ਹੈ, ਸਭ ਦੀ ਮਾਂ ਹੈ। ਉਹ ਦੇਵਤਿਆਂ ਦੀ ਵੀ ਮਾਂ ਹੈ, ਉਹ ਦੈਂਤਾਂ ਦੀ ਵੀ ਮਾਂ ਹੈ, ਕਿਉਂਕਿ ਦੇਵਤੇ ਦੈਂਤ ਚੰਗੇ ਮਾੜੇ ਸਭ ਉੱਥੋਂ ਹੀ ਪੈਦਾ ਹੁੰਦੇ, ਉਸ ਅਕਾਲ ਪੁਰਖ ਦੇ ਕੋਲੋਂ। ਸਭ ਦਾ ਪਿਤਾ ਉਹ ਹੈ, ਸਭ ਦਾ ਮਾਤਾ ਵੀ ਉਹ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਆਪੇ ਮਾਤਾ ਆਪੇ ਪਿਤਾ। ਆਖੋ ਸ੍ਰੀ ਵਾਹਿਗੁਰੂ। ਤੁਸੀਂ ਉਹਨੂੰ ਕਹਿ ਰਹੇ ਹੋ ਰਾਂਡ, ਇਹ ਸ਼ਬਦ ਵਾਪਸ ਲਓ। ਹਾਂਜੀ, ਹਾਏ ਹਾਏ ਕਰ ਖੋਜ ਤੇ ਤ੍ਰਿਯ ਕਹਾਂ ਭਲਾਈ। ਹਾਏ ਹਾਏ ਕਰਦੇ ਫਿਰਦੇ ਸੀ ਰਾਖਸ਼, ਹਰਲ ਹਰਲ ਕਰਦੇ ਫਿਰਦੇ ਸੀ, ਕਿਉਂਕਿ ਰਾਖਸ਼ਾਂ ਦੀ ਬਿਰਤੀ ਇਹ ਹੁੰਦੀ ਹੈ, ਉਹਨਾਂ ਨੇ ਕੋਈ ਸ਼ਾਂਤੀ ਦੀ ਤੇ ਗੱਲ ਕਰਨੀ ਨਹੀਂ। ਰਾਖਸ਼ ਕੀ ਹੈ? ਹਾਏ ਹਾਏ ਕਰਦਾ ਫਿਰੇਗਾ, ਤੜਫਦਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੇ ਧਰਮ ਰਾਏ। ਹਾਏ ਹਾਏ ਕਰ ਖੋਜ ਤੇ ਤ੍ਰਿਆ ਕਹਾਂ ਭੁਲਾਈ। ਖੋਜਦੇ ਫਿਰਦੇ ਸੀ ਉਹ ਔਰਤ, ਉਹ ਬੀਬੀ ਕਿੱਥੇ ਚਲੀ ਗਈ ਹੈ? ਕੋ ਲੈ ਗਮਨਿਓ ਕਿਤ ਗਇਓ ਦੇਹ ਰਿਖੀ ਬਤਾਈ। ਉਹ ਬਾਬਾ ਤੈਨੂੰ ਪਤਾ ਕਿੱਥੇ ਗਈ ਹੈ? ਕੌਣ ਲੈ ਗਿਆ ਉਹਨੂੰ? ਏਦਾਂ ਬੜੇ ਹੰਕਾਰ ਦੇ ਨਾਲ ਬੇਲ ਸੁਬੇਲ ਨੇ ਮਹਾਂਪੁਰਸ਼ਾਂ ਨੂੰ ਪੁੱਛਿਆ। ਰਿਸ ਧਰ ਤਪਸੀ ਤਬ ਕਹਿਓ ਕਿਉਂ ਕਰ ਬਕਬਾਦੇ। ਜਦੋਂ ਰਿਸ਼ੀ ਨੇ ਅੱਖਾਂ ਖੋਲੀਆਂ, ਸਾਹਮਣੇ ਦੈਂਤ ਖੜੇ ਸੀ। ਰਿਸ਼ੀ ਨੂੰ ਗੁੱਸਾ ਆਇਆ, ਉਹਨੇ ਆਖਿਆ, ਓਏ ਮੂਰਖੋ, ਕੀ ਬਕਵਾਸ ਕਰਦੇ ਹੋ? ਅਕਲ ਨੂੰ ਹੱਥ ਮਾਰੋ। ਇੱਦਾਂ ਕਹੀਦਾ ਹੁੰਦਾ? ਮਾਂ ਨੂੰ, ਸਭ ਦੀ ਮਾਂ ਹੈ, ਤੁਹਾਡੀ ਵੀ ਮਾਂ ਹੈ, ਤੇ ਤੁਸੀਂ ਉਹਨੂੰ ਰਾਂਡ ਕਹਿੰਦੇ ਹੋ? ਹਾਂਜੀ, ਸੋ ਪੂਰਨ ਸਭ ਮਹਿ ਸਦਾ ਸ਼ਕਤੀ ਬੜ ਆਦੇ। ਉਹ ਕਿਤੇ ਨਹੀਂ ਜਾਂਦੀ, ਉਹ ਲੁਕਣ ਵਾਲੀ ਨਹੀਂ, ਉਹ ਸ਼ਕਤੀ ਹੈ, ਆਦ ਸ਼ਕਤੀ ਹੈ, ਪ੍ਰਿਥਮ ਭਗਉਤੀ ਹੈ। ਉਹ ਨਾ ਆਉਂਦੀ ਹੈ ਨਾ ਜਾਂਦੀ ਹੈ, ਨਾ ਉਹ ਜੰਮਦੀ ਹੈ ਨਾ ਉਹ ਮਰਦੀ ਹੈ। ਉਹਦਾ ਸਦਾ ਹੀ ਪ੍ਰਕਾਸ਼ ਰੂਪ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਪਰਮ ਸੱਤਾ ਨੂੰ ਤੁਸੀਂ ਕਹਿ ਰਹੇ ਹੋ ਚਲੀ ਗਈ, ਉਹ ਕਿੱਥੇ ਜਾਣੀ ਹੈ? ਉਹ ਤਾਂ ਇੱਥੇ ਹੀ ਹੈ। ਹਾਂਜੀ, ਤਪਸੀ ਨਾਮ ਸਮੁੰਡ ਤੇ ਸੁਨ ਕਰ ਮਤਵਾਰੇ। ਜਦੋਂ ਸਮੁੰਦ ਰਿਸ਼ੀ ਜੀ ਇਹ ਬਚਨ ਕਹਿ ਰਹੇ ਸਨ ਤੇ ਉਹਨਾਂ ਦੈਂਤਾਂ ਨੇ ਹੰਕਾਰ ਵਿੱਚ ਆ ਕੇ ਸਮੁੰਦ ਰਿਸ਼ੀ ਨੂੰ ਹੀ ਮਾਰਨ ਦਾ ਉਪਰਾਲਾ ਕਰ ਲਿਆ। ਧਾਏ ਪਰੇ ਹਿਤ ਮਾਰ ਬੇ ਕਹਿ ਮਾਰੋ ਮਾਰੇ। ਕਹਿੰਦੇ ਮਾਰੋ ਮਾਰ ਕਰਦੇ, ਇਹਨੂੰ ਵੀ ਮਾਰੋ ਕਹਿੰਦੇ। ਇਹ ਬਾਬਾ ਵੀ ਇਹਨਾਂ ਦਾ ਸਾਥੀ ਹੈ, ਇਹ ਦੇਵਤਿਆਂ ਦਾ ਸਾਥੀ ਹੈ, ਉਹਨਾਂ ਦੇ ਨਾਲ ਦਾ ਹੀ ਹੈ, ਇਹਨੂੰ ਮਾਰ ਦਿਓ। ਜਦੋਂ ਮਾਰਨ ਲੱਗੇ ਹਨ, ਮਨ ਮੈਂ ਮੁਨੀ ਵਿਚਾਰ ਕਰ ਕਿਆ ਕਰਾਂ ਉਪਾਈ। ਉਸ ਮਹਾਂਪੁਰਸ਼ ਨੇ ਸਮੁੰਦ ਰਿਸ਼ੀ ਜੀ ਨੇ ਸੋਚਿਆ, ਹੁਣ ਕੀ ਕਰੀਏ?
ਹੁਣ ਤਾਂ ਕੋਈ ਚਾਰਾ ਨਹੀਂ, ਇਹ ਤਾਂ ਸਿਰ ਤੇ ਆ ਗਏ ਨੇ, ਮਾਰਨ ਹੀ ਲੱਗੇ ਨੇ ਸਾਨੂੰ। ਮੇਰਾ ਅਰਮਮ ਚੇਲ ਕਾਨ ਹੈ ਧਰਮ ਲੜਾਈ। ਸਮੁੰਦਰ ਰਿਸ਼ੀ ਸੋਚਦੇ ਮੇਰਾ ਤੇ ਮੇਰੇ ਚੇਲਿਆਂ ਦਾ ਧਰਮ ਲੜਾਈ ਨਹੀਂ ਹੈ, ਕਿਉਂਕਿ ਅਸੀਂ ਬ੍ਰਾਹਮਣ ਹਾਂ। ਬ੍ਰਾਹਮਣ ਦਾ ਧਰਮ ਬ੍ਰਹਮ ਵਿਦਿਆ ਦੀ ਵਿਚਾਰ ਕਰਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ। ਬ੍ਰਾਹਮਣ ਕੌਣ ਹੈ? ਜਿਹੜਾ ਬ੍ਰਹਮ ਦੇ ਉੱਤੇ ਹਰ ਵੇਲੇ ਧਿਆਨ ਕਰੇ, ਫੋਕਸ ਕਰੇ, ਹਰ ਵੇਲੇ ਬ੍ਰਹਮ ਦਾ ਚਿੰਤਨ ਕਰੇ। ਉਹ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਮਹਾਂਪੁਰਸ਼ ਸੋਚਣ ਲੱਗੇ ਵੀ ਮੈਂ ਤਾਂ ਬ੍ਰਾਹਮਣ ਆ, ਬ੍ਰਹਮ ਦੀ ਵਿਚਾਰ ਕਰਦਾ, ਪਰਮੇਸ਼ਰ ਦੀ ਭਗਤੀ ਕਰਦਾ, ਮੇਰਾ ਕੰਮ ਜੰਗ ਕਰਨਾ ਨਹੀਂ। ਅੱਗੋਂ ਮੇਰੇ ਚੇਲੇ ਵੀ ਵਿਚਾਰੇ ਮਾਲਾ ਫੇਰਨ ਵਾਲੇ ਹੀ ਨੇ, ਸਾਧੂ ਨੇ, ਤਪਸਵੀ ਨੇ, ਇਹ ਵੀ ਜੰਗ ਨਹੀਂ ਕਰ ਸਕਦੇ। ਬ੍ਰਾਹਮਣ ਬ੍ਰਹਮ ਪਰਾਇਣਾ ਨਿਤ ਨੇਮ ਹਮਾਰਾ। ਅਸੀਂ ਬ੍ਰਾਹਮਣ ਹਾਂ, ਬ੍ਰਹਮ ਦੀ ਵਿਚਾਰ ਕਰਨੀ, ਬ੍ਰਹਮ ਦੇ ਆਸਰੇ ਰਹਿਣਾ, ਬ੍ਰਹਮ ਦਾ ਚਿੰਤਨ ਕਰਨਾ, ਇਹੀ ਸਾਡਾ ਨੇਮ ਹੈ। ਸ਼ੇਰ ਖਾਲ ਲੈ ਹਾਥ ਮੈਂ ਮੁਖਤੇ ਹੰਕਾਰਾ। ਹੁਣ ਕੁਝ ਹੋਰ ਕਰਨਾ ਪਏਗਾ। ਸਿਰ ਤੇ ਆਈ ਮੁਸੀਬਤ ਦਾ ਮੁਕਾਬਲਾ ਤਾਂ ਕਰਨਾ ਹੀ, ਜਾਨ ਤਾਂ ਬਚਾਣੀ ਰਾਖਸ਼ਾ ਕੋਲੋਂ। ਜਿਹੜੀ ਥੱਲੇ ਖੱਲ ਵਿਛਾਈ ਹੋਈ ਸੀ ਨਾ ਤਪ ਕਰਨ ਲਈ ਸ਼ੇਰ ਦੀ, ਸਾਧੂ ਮਹਾਤਮਾ ਜਦੋਂ ਤਪ ਕਰਨ ਲਈ ਬੈਠਦੇ ਨੇ, ਕਿਸੇ ਜਾਨਵਰ ਦੀ, ਖਾਸ ਕਰਕੇ ਸ਼ੇਰ ਦੀ ਜਾਂ ਹਿਰਨ ਦੀ ਥੱਲੇ ਵਿਛਾ ਲੈਂਦੇ ਆ, ਉਹਦੇ ਤੇ ਬਹਿ ਕੇ ਤਪ ਕਰਦੇ ਆ। ਉਹਦਾ ਇੱਕ ਖਾਸ ਸਾਇੰਟੀਫਿਕ ਕਾਰਨ ਵੀ ਹੈ ਵੀ ਜਦੋਂ ਉਹ ਧਿਆਨ ਵਿੱਚ ਬੈਠਦੇ ਨੇ, ਕੁੰਡਲਨੀ ਜਾਗਦੀ ਹੈ, ਉਸ ਵੇਲੇ ਸ਼ਕਤੀਆਂ ਜਦੋਂ ਜਾਗਰਤ ਹੁੰਦੀਆਂ ਨੇ, ਧਰਤੀ ਨਾਲੋਂ ਲਿੰਕ ਤੋੜਨਾ ਪੈਂਦਾ, ਅਰਥ। ਉਹ ਅਰਥ ਟੁੱਟਦਾ ਸਿਰਫ ਚਮੜੇ ਦੀ ਚੀਜ਼ ਹੋਵੇ ਤਾਂ, ਖਾਸ ਕਰਕੇ ਸ਼ੇਰ ਦੀ ਖੱਲ ਹੋਵੇ। ਇਸ ਕਰਕੇ ਮਹਾਂਪੁਰਸ਼ਾਂ ਨੇ, ਬਾਬਾ ਨੰਦ ਸਿੰਘ ਜੀ ਹੋਰਾਂ ਨੇ ਵੀ ਇਹ ਜਿਹੜੀ ਸ਼ੇਰ ਦੀ ਖੱਲ ਸਥਾਨ ਤੇ ਰੱਖੀ ਜਾਂਦੀ, ਇਸ ਕਰਕੇ ਰੱਖੀ ਜਾਂਦੀ, ਉਹ ਬੈਠ ਕੇ ਤਪ ਕਰਦੇ ਸਨ। ਧਰਤੀ ਨਾਲੋਂ ਲਿੰਕ ਟੁੱਟ ਜਾਵੇ ਤੇ ਆਪਣੀ ਜਿਹੜੀ ਅੰਦਰਲੀਆਂ ਸ਼ਕਤੀਆਂ ਨੇ ਉਹ ਸਾਰੀਆਂ ਬ੍ਰਹਮ ਦੇ ਨਾਲ ਭੇਦ ਹੋ ਜਾਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸ਼ੇਰ ਦੀ ਖੱਲ ਵਿਛਾਈ ਹੋਈ ਸੀ। ਮਹਾਂਪੁਰਸ਼ ਉੱਠੇ, ਸਮੁੰਦਰ ਰਿਸ਼ੀ ਜੀ ਥੱਲੇ ਸ਼ੇਰ ਦੀ ਖੱਲ ਚੁੱਕੀ ਤੇ ਹੂੰਕਾਰ ਕਰਕੇ ਏਦਾਂ ਜ਼ੋਰ ਨਾਲ ਛੰਡੀ ਹੈ। ਤੇਜ ਪੁੰਜ ਨਿਕਸਿਓ ਪੁਰਖ ਸੰਗਰਾਮ ਮਚਾਵਾ। ਬੜਾ ਸੂਰਮਾ, ਬੜਾ ਤੇਜਸਵੀ, ਬੜਾ ਦਰਸ਼ਨੀ, ਅੰਗ ਅੰਗ ਉਹਦਾ ਜਿਵੇਂ ਕਿਸੇ ਨੇ ਵਰਜਿਸ਼ ਕਰਕੇ ਕਮਾਇਆ ਹੁੰਦਾ ਨਾ, ਵੱਖਰੇ ਵੱਖਰੇ ਡੋਲੇ ਤੇ ਵੱਖਰੇ ਵੱਖਰੇ ਸਰੀਰ ਦੇ ਅੰਗ ਦਿਸਦੇ ਸੀਗਾ। ਤੇਜ ਦਾ ਪੁੰਜ ਸੀਗਾ, ਨੂਰੋ ਨੂਰ ਉਹਦਾ ਚਿਹਰਾ ਸੀ। ਐਸਾ ਗੱਭਰੂ ਨੌਜਵਾਨ ਸ਼ੇਰ ਵਰਗਾ ਪੁੱਤਰ ਸ਼ੇਰ ਦੀ ਖੱਲ ਵਿੱਚੋਂ ਪ੍ਰਗਟ ਕਰ ਦਿੱਤਾ। 10 ਲੱਖ ਬਰਸ ਸਹੰਸਰ ਪੰਜ ਘਮਸਾਨ ਮਚਾਵਾ। ਉਹ ਹੱਥ ਜੋੜ ਕੇ ਖਲੋ ਗਿਆ, ਪਿਤਾ ਜੀ ਕੀ ਹੁਕਮ ਹੈ? ਸਮੁੰਦਰ ਰਿਸ਼ੀ ਜੀ ਕਹਿੰਦੇ, ਪੁੱਤਰ ਆ ਜਿਹੜੇ ਰਾਖਸ਼ ਦੈਂਤ ਦੁਸ਼ਟ ਪਾਪੀ ਜ਼ੁਲਮ ਕਰ ਰਹੇ ਧਰਤੀ ਉੱਤੇ, ਇਹਨਾਂ ਨੂੰ ਫਤਿਹ ਕਰ ਦਿਓ, ਸਮਾਪਤ ਕਰ ਦਿਓ, ਇਹਨਾਂ ਨੂੰ ਮਾਰ ਦਿਓ। ਤੇ ਜਿੰਨੇ ਸ਼ੇਰ ਦੀ ਖੱਲ ਦੇ ਵਾਲ ਡਿੱਗੇ ਸਨ, ਰੋਮ ਡਿੱਗੇ ਸਨ, ਉਨੇ ਹੀ ਸ਼ੇਰ ਪੈਦਾ ਹੋ ਗਏ। ਆਹ ਸ਼ੇਰਾਂ ਦੀ ਫੌਜ ਨਾਲ ਲੈ ਲਓ, ਤੁਸੀਂ ਮਾਰੀ ਜਾਓਗੇ, ਸ਼ੇਰ ਉਹਨਾਂ ਦਾ ਲਹੂ ਪੀਵੀ ਜਾਣਗੇ। ਕੋਈ ਦੈਂਤ ਧਰਤੀ ਤੇ ਨਹੀਂ ਰਹਿਣ ਦੇਣਾ। ਸਾਰਿਆਂ ਦੀ ਸਫਾਈ ਕਰਕੇ ਮੇਰੇ ਕੋਲ ਵਾਪਸ ਆ ਜਾਓ। 7 ਬਚਨ ਪਿਤਾ ਜੀ ਕਹਿ ਕੇ ਉਹ ਨੌਜਵਾਨ, ਉਹ ਗੱਭਰੂ ਆਪਣੇ ਪਿਤਾ ਦਾ ਆਗਿਆ ਹੁਕਮ ਪਾਲ ਕੇ ਦੈਂਤਾਂ ਨਾਲ ਯੁੱਧ ਕਰਨ ਲੱਗਾ। ਕਿੰਨਾ ਸਮਾਂ? ਕਹਿੰਦੇ 10 ਲੱਖ ਤੇ 5000 ਸਾਲ। 10 ਲੱਖ ਤੇ 5000 ਸਾਲ ਲਗਾਤਾਰ ਉਸ ਸੂਰਮੇ ਨੇ, ਦੁਸ਼ਟ ਦਮਨ ਨੇ ਉਹਨਾਂ ਦੈਂਤਾਂ ਨਾਲ ਯੁੱਧ ਕੀਤਾ। ਮੂਰਤ ਤੇ ਉਠ ਚੰਡਕਾ ਔਰ ਕ੍ਰੋਧ ਉਪਾਏ। ਕਹਿੰਦੇ ਜਦੋਂ ਯੁੱਧ ਹੋ ਰਿਹਾ ਸੀ, ਚੰਡੀ ਆਪਣੇ ਧਿਆਨ ਵਿੱਚ ਮੂਰਤੀਮਾਨ ਹੋ ਕੇ ਬੈਠੀ, ਸਭ ਦੇਖ ਰਹੀ ਸੀ। ਜਦੋਂ ਉਹਨੇ ਵੇਖਿਆ ਵੀ ਦੈਂਤ ਤਾਂ ਹਟਦੇ ਹੀ ਨਹੀਂ, ਇਹ ਤਾਂ ਬਹੁਤ ਜ਼ਿਆਦਾ ਨੇ, ਤਾਂ ਉਹ ਫੇਰ ਪ੍ਰਕਾਸ਼ ਵਿੱਚ ਆ ਗਈ, ਫੇਰ ਪ੍ਰਗਟ ਹੋ ਗਈ। ਕਿੱਥੇ ਪ੍ਰਗਟ ਹੋਈ? ਉਹ ਸੂਰਮਿਆਂ ਵਿੱਚ ਹੀ ਹੁੰਦੀ ਹੈ ਸਾਧ ਸੰਗਤ ਜੀ, ਕੋਈ ਵੱਖਰਾ ਰੂਪ ਨਹੀਂ ਹੁੰਦਾ ਉਹਦਾ। ਯੋਧਿਆਂ ਦੇ ਡੋਲਿਆਂ ਵਿੱਚ ਹੀ ਚੰਡੀ ਵਸਦੀ ਹੈ, ਯੋਧਿਆਂ ਦੇ ਸ਼ਸਤਰਾਂ ਵਿੱਚ ਹੀ ਚੰਡੀ ਵਸਦੀ ਹੈ। ਚੰਡਕਾ ਪ੍ਰਗਟ ਹੋ ਗਈ। ਯੁੱਧ ਕਰਿਓ ਬਦ ਕਰ ਅਸੁਰ ਰਣ ਕਰਤ ਖਪਾਏ। ਜਿਵੇਂ ਮਹਾਰਾਜ ਲਿਖਦੇ, ਉਹ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕਹਿ, ਜਾਗ ਸੋ ਜੰਮੀ ਜੁੱਧ ਨੂੰ ਜਲਵਾਣਾ ਜਨਮ ਲੜਾਏ ਕਹਿ। ਜਦੋਂ ਚੰਡ ਚਿਤਾਰੀ ਕਾਲਕਾ ਮਨ ਬਹਿਲਾ ਰੋਸ ਵਢਾਏ ਕਹਿ। ਚੰਡੀ ਨੇ ਜਦੋਂ ਕਾਲਕਾ ਨੂੰ, ਮੌਤ ਨੂੰ ਯਾਦ ਕੀਤਾ ਨਾ, ਕਾਲਕਾ ਮੈਨੇ ਮੌਤ, ਕਾਲੀ, ਉਹ ਜਦੋਂ ਆ ਗਈ,
ਉਹਨੇ ਫਿਰ ਦੈਂਤਾਂ ਦਾ ਸਰਬਨਾਸ਼ ਕਰ ਦਿੱਤਾ। ਵਿਜੈ ਪਾਏ ਤਿਸ ਪੁਰਖ ਕੋ ਨਿਜ ਨਿਕਟ ਬਿਠਾਇਓ। ਕਹਿੰਦੇ ਜਦੋਂ ਚੰਡੀ ਨੇ ਵੇਖਿਆ ਵੀ ਹੁਣ ਸਭ ਦੈਂਤ ਮਾਰੇ ਗਏ, ਸਭ ਖਤਮ ਹੋ ਗਏ, ਸਮਾਪਤੀ ਕਰਤੀ, ਦੇਵਤਿਆਂ ਦਾ ਰਾਜ ਕਾਇਮ ਕਰਤਾ, ਤੇ ਉਸ ਦੁਸ਼ਟ ਦਮਨ ਨੌਜਵਾਨ ਗੱਭਰੂ ਨੂੰ ਜਿਹੜਾ 10 ਲੱਖ ਸਾਲ ਤੋਂ ਲਗਾਤਾਰ ਯੁੱਧ ਕਰ ਰਿਹਾ ਸੀ, ਚੰਡੀ ਨੇ ਆਪਣੇ ਕੋਲ ਬਿਠਾ ਲਿਆ। ਹੇ ਤਪਸੀ ਤਬ ਕਹਿ ਕਹਿਓ ਤੈਂ ਯੁੱਧ ਮਚਾਇਓ। ਹੇ ਤਪਸੀ, ਤੂੰ ਬੜਾ ਤਪਸਵੀ ਯੋਧਾ ਹੈ, ਤੂੰ ਧਨ ਹੈ ਜਿਹੜਾ ਇੰਨਾ ਲੰਮਾ ਯੁੱਧ ਕੀਤਾ ਹੈ। ਮੇਰੀ ਕਰੀ ਸਹਾਇਤਾ ਹਤ ਸ਼ਤਰ ਲੜਾਈ। ਹੇ ਦੁਸ਼ਟ ਦਮਨ, ਤੂੰ ਮੇਰੀ ਮਦਦ ਕੀਤੀ ਹੈ, ਮੇਰੀ ਸਹਾਇਤਾ ਕੀਤੀ ਹੈ। ਜਿਹੜਾ ਕੰਮ ਮੈਂ ਕਰਨਾ ਸੀ ਉਹ ਤੂੰ ਕੀਤਾ ਹੈ। ਸ਼ਤਰੂਆਂ ਨੂੰ, ਵੈਰੀਆਂ ਨੂੰ, ਦੁਖੀਆਂ ਨੂੰ, ਦੁਸ਼ਟਾਂ ਨੂੰ ਧਰਤੀ ਤੋਂ ਦੂਰ ਕੀਤਾ ਹੈ। ਦੇਵਤਿਆਂ, ਸੰਤਾਂ, ਮਹਾਂਪੁਰਸ਼ਾਂ ਦੀ ਰੱਖਿਆ ਕੀਤੀ ਹੈ। ਏਕ ਬੇਰ ਹੋਂ ਆਏ ਹੋਂ ਤੁਮ ਲਿਹੋ ਬੁਲਾਈ। ਇੱਕ ਸਮਾਂ ਆਵੇਗਾ ਕਲਯੁਗ ਦੇ ਵਿੱਚ ਇਹ ਦੈਂਤ ਫਿਰ ਪੈਦਾ ਹੋ ਜਾਣਗੇ, ਇਹ ਰਾਖਸ਼ ਫਿਰ ਉਹੀ ਕੰਮ ਕਰਨਗੇ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ, ਪਾਪ ਬਿਥਾਰਾ ਠਾਕਰ ਦੁਆਰੇ ਢਾਏ ਕੇ ਤੇ ਠੌੜੀ ਮਸੀਤ ਉਸਾਰਾ। ਇਹ ਸਵਾ ਮਣ ਜਨੇਊ ਲਾ ਕੇ ਰੋਟੀ ਖਾਇਆ ਕਰਨਗੇ। ਉਸ ਵੇਲੇ ਤੁਹਾਡਾ ਅਵਤਾਰ ਹੋਵੇਗਾ ਤੇ ਮੇਰੀ ਲੋੜ ਪਵੇਗੀ, ਮੈਨੂੰ ਬੁਲਾ ਲਿਆ ਜੇ, ਮੈਂ ਆਵਾਂਗੀ, ਤੁਹਾਡੇ ਖਾਲਸੇ ਦੇ ਅੰਗ ਸੰਗ ਰਵਾਂਗੀ। ਮੈਂ ਪ੍ਰਸੰਨ ਅਬ ਜਾਚ ਬਰ ਗਹਿ ਬਪ ਇਹੋ ਤੇਰਾ। ਮੈਂ ਤੇਰੇ ਤੇ ਖੁਸ਼ ਹਾਂ, ਤੂੰ 10 ਲੱਖ 5,000 ਸਾਲ ਯੁੱਧ ਕੀਤਾ ਹੈ ਤੇ ਤੂੰ ਮੇਰੀ ਸਹਾਇਤਾ ਕੀਤੀ ਹੈ। ਮੈਂ ਜਗਤ ਮਾਤ ਚੰਡਕਾ ਤੈਨੂੰ ਵਾਅਦਾ ਕਰਦੀ ਹਾਂ ਤੇਰੇ ਨਾਲ, ਜਦੋਂ ਤੈਨੂੰ ਲੋੜ ਪਵੇਗੀ ਮੈਂ ਆਵਾਂਗੀ। ਦੁਸ਼ਟ ਦਮਨ ਧਰ ਨਾਮ ਤੋਬ ਜਗ ਬਿਦਤ ਕਨੇਰਾ। ਤੇਰਾ ਨਾਮ ਦੁਸ਼ਟ ਦਮਨ ਰੱਖਿਆ, ਦੁਸ਼ਟਾਂ ਨੂੰ ਦਮਨ ਕਰਨ ਵਾਲਾ, ਦੁਸ਼ਟਾਂ ਨੂੰ ਕਾਬੂ ਕਰਨ ਵਾਲਾ ਸੂਰਮਾ ਹੈ ਤੂੰ। ਤੇਰੀ ਸਭ ਸੰਗਤ ਭਈ ਬਨ ਗੁਰੂ ਬਡੇਰਾ। ਇਹ ਜਿੰਨੀ ਧਰਤੀ ਦੇ ਦੇਵਤੇ ਨੇ ਸਭ ਤੇਰੀ ਸੰਗਤ ਹੋਵੇਗੀ, ਸਭ ਤੈਨੂੰ ਮੰਨਣਗੇ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ। ਸਭ ਸੰਸਾਰ ਤੈਨੂੰ ਗੁਰੂ ਮੰਨੇਗਾ, ਤੂੰ ਵੱਡਾ ਗੁਰੂ ਬਣੇਗਾ। ਧਰਿਐ ਮੋਹਿ ਸਰੂਪ ਕੋ ਸਭ ਸਿੱਖਣ ਕੇਰਾ। ਤੇ ਤੂੰ ਮੇਰਾ ਵਾਲਾ ਰੂਪ ਮੇਰੇ ਖਾਲਸੇ ਨੂੰ, ਆਪਣੇ ਖਾਲਸੇ ਨੂੰ ਦਵੇਂਗਾ। ਇਹ ਜਿਹੜਾ ਖਾਲਸੇ ਦਾ ਬਾਣਾ, ਇਹ ਚੰਡੀ ਦਾ ਬਾਣਾ ਖਾਲਸਾ ਜੀ। ਸ਼ਸਤਰਾਂ ਨਾਲ ਤਿਆਰ ਪਰ ਤਿਆਰ ਰਹਿਣਾ, ਨੀਲਾ ਬਾਣਾ, ਢਾਲ ਤਲਵਾਰ, ਬਰਛਾ, ਬੰਦੂਕ, ਕਮਰ ਕਸਾ। ਇਹ ਜਿਹੜਾ ਸਰੂਪ ਹੈ ਨਾ, ਇਹ ਚੰਡੀ ਦਾ ਸਰੂਪ ਹੈ, ਯੁੱਧ ਦਾ ਸਰੂਪ ਹੈ। ਇਹ ਤੂੰ ਆਪਣੇ ਖਾਲਸੇ ਨੂੰ ਦਵੇਂਗਾ। ਕਹਿਓ ਪੁਰਖ ਨੇ ਸੁਨਤ ਬਾਰ ਹੋਏ ਸਿੰਘ ਸੁਨਾਮੋ। ਇਹ ਸੁਣ ਕੇ ਦੁਸ਼ਟ ਦਮਨ ਜੀ ਕਹਿਣ ਲੱਗੇ, ਮੇਰੇ ਖਾਲਸੇ ਦਾ ਨਾਮ ਸਿੰਘ ਹੋਵੇਗਾ। ਕੇਸ ਖੁੱਲੇ ਕਟ ਤਾਗ ਬੇਨ ਪੰਥ ਸੋ ਅਬਿਰਾਮੋ। ਖੁੱਲੇ ਕੇਸ ਭਾਵ ਦਾੜਾ ਪ੍ਰਕਾਸ਼ ਹੋਵੇਗਾ, ਸਿਰ ਤੇ ਕੇਸਾਂ ਦਾ ਜੂੜਾ ਹੋਵੇਗਾ, ਸਿਰ ਤੋਂ ਪੈਰਾਂ ਤੱਕ ਜਟਾ ਜੂਟ ਖਾਲਸਾ ਹੋਵੇਗਾ। ਔਰ ਉਹ ਤਾਗ ਬਿਨ ਜਨੇਊ ਨਹੀਂ ਪਾਏਗਾ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਹਿੰਦੁਸਤਾਨ ਦੇ ਜਿੰਨੇ ਵੀ ਧਰਮ ਨੇ ਉਹਨਾਂ ਵਿੱਚ ਜਨੇਊ ਪਾਉਣਾ ਜ਼ਰੂਰੀ ਹੈ। ਇੱਕ ਕਲਗੀਧਰ ਪਾਤਸ਼ਾਹ ਦਾ ਖਾਲਸਾ ਜਨੇਊ ਤੋਂ ਬਿਨਾਂ ਹੈ। ਕਹਿੰਦੇ ਤਾਗ ਬਿਨ, ਤਾਗੇ ਤੋਂ ਬਿਨਾਂ ਹੋਵੇਗਾ। ਔਰ ਇਹ ਪੰਥ ਸੋ ਅਬਿਰਾਮੂ, ਸਾਰਿਆਂ ਤੋਂ ਸੋਹਣਾ ਪੰਥ ਹੋਵੇਗਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਸਰਬ ਸਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਦਕ ਸੁਆਏ। ਸਾਰਿਆਂ ਨੇ ਮੂੰਹ ਨੂੰ ਬੀੜੀ ਸਿਗਰਟ ਲਾਈ ਹੁੰਦੀ ਆ, ਇੱਕ ਗੁਰੂ ਦਾ ਖਾਲਸਾ ਬਚਿਆ ਹੈ। ਆਖੋ ਸ੍ਰੀ ਵਾਹਿਗੁਰੂ। ਹਾਂਜੀ। ਤੇਜ ਸ਼ਸਤਰ ਕੋ ਦੀਜੀਏ ਸਭ ਰਚਨ ਤੁਹਾਰੀ। ਤੁਸੀਂ ਆਪਣੇ ਖਾਲਸੇ ਨੂੰ ਸ਼ਸਤਰ ਦਾ ਤੇਜ ਦੇਣਾ, ਸ਼ਸਤਰਾਂ ਦਾ ਹੀ ਪ੍ਰਤਾਪ। ਰਾਜ ਖਾਲਸੇ ਦਾ ਸ਼ਸਤਰਾਂ ਕਰਕੇ ਹੀ ਹੈ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਜਾਂਤੇ ਸਰਬ ਖਾਲਸਾ ਸੁਨੀਐ, ਆਯੁਧ ਧਰਵੇ ਉੱਤਮ ਗਨੀਐ। ਹਾਂਜੀ। ਭੁਗਤ ਮੁਕਤ ਪਦਵੀ ਮਿਲ ਹੈ ਅਰ ਗਿਰਾ ਉਦਾਰੀ। ਕਹਿੰਦੇ ਪਰਮੇਸ਼ਰ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੀ, ਤੁਹਾਡੇ ਕੋਲ ਸ਼ਸਤਰ ਹੋਣਗੇ, ਭੁਗਤੀ ਵੀ ਮਿਲੇਗੀ, ਮੁਕਤੀ ਵੀ ਮਿਲੇਗੀ। ਹਾਂਜੀ। ਜੁਧ ਅਸੁਰ ਗਣ ਕੋ ਸਦਾ ਹੱਥ ਲੈ ਛਿਤ ਰਾਜੂ। ਸਿੰਘ ਜੋ ਯੁੱਧ ਕਰਕੇ ਵੈਰੀਆਂ ਰਾਖਸ਼ਾਂ ਨੂੰ ਮਾਰਨਗੇ, ਮੁਗਲਾਂ ਦੀਆਂ ਜੜ੍ਹਾਂ ਪੁੱਟਣਗੇ, ਧਰਤੀ ਤੇ ਰਾਜ ਕਰਨਗੇ। ਸ੍ਰੀ ਦੇਵੀ ਸੁਣ ਤਬ ਭਨਿਓ ਹੋਏ ਸਿੱਧ ਸਭ ਕਾਜੂ। ਜਦੋਂ ਇਹ ਵਰ ਮੰਗਿਆ 10ਵੇਂ ਪਾਤਸ਼ਾਹ ਨੇ ਤੇ ਚੰਡੀ ਨੇ ਕਿਹਾ, ਇਹ ਤੁਹਾਡਾ ਕਾਰਜ ਫਤਿਹ ਹੋਵੇਗਾ, ਤੁਹਾਡਾ ਨਾਮ ਪੰਥ ਸਿੰਘ ਪੰਥ ਹੋਵੇਗਾ, ਕੇਸਾ ਧਾਰੀ ਹੋਵੇਗਾ,
ਸ਼ਸਤਰਧਾਰੀ ਹੋਵੇਗਾ। ਪ੍ਰਥਮ ਚਰਨ ਚਤੁਰਥ ਯੁਗ ਹੈ ਜਬ ਸਮਾ ਸੋ ਆਵੈ। ਕਲਯੁਗ ਦੇ ਸਾਧ ਸੰਗਤ ਜੀ 4,32,000 ਸਾਲ ਉਮਰ ਹੈ ਕਲਯੁਗ ਦੀ। ਅਜੇ 5,000 ਸਾਲ ਬੀਤਿਆ ਕਲਯੁਗ। ਅੱਗੇ ਕਲਯੁਗ ਨੇ ਬੜੇ ਰੰਗ ਵਿਖਾਣੇ, ਬੜੀ ਭਿਆਨਕ ਦਸ਼ਾ ਹੋਣੀ ਹੈ। ਜੋ ਕੁਝ ਆਪਣੇ ਸਾਹਮਣੇ ਆ ਰਿਹਾ 20 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਵੀ ਬੜਾ ਵੱਡਾ ਪਰਿਵਰਤਨ ਹੈ। ਯੁੱਗਾਂ ਤੋਂ ਜਿਹੜੀ ਜੀਵਨ ਵਿਵਸਥਾ ਚੱਲ ਰਹੀ ਸੀ ਬਦਲ ਚੁੱਕੀ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਖੂਹਾਂ ਤੋਂ ਪਾਣੀ ਪੀਂਦਾ ਸੀ, ਖੂਹ ਖਤਮ ਹੋਏ ਕਿ ਨਹੀਂ ਹੋਏ ਸਾਡੇ ਦੇਖਦਿਆਂ। ਹਜ਼ਾਰਾਂ ਸਾਲਾਂ ਤੋਂ ਬਲਦਾਂ ਨਾਲ ਆਪਾਂ ਖੇਤੀ ਕਰਦੇ ਸੀ, ਖਤਮ ਹੋਈ ਕਿ ਨਹੀਂ ਹੋਈ। ਹਜ਼ਾਰਾਂ ਸਾਲਾਂ ਤੋਂ ਜਿਹੜੇ ਸਾਡੇ ਖਾਣ ਪੀਣ ਦੇ ਰਹਿਣ ਸਹਿਣ ਦੇ ਢੰਗ ਸੀ ਬਦਲੇ ਕਿ ਨਹੀਂ ਬਦਲੇ। ਹਜ਼ਾਰਾਂ ਸਾਲਾਂ ਤੋਂ ਜਿਹੜੀ ਮਨ ਮਰਜ਼ਾਦਾ ਸੀ, ਇਹ ਧੀ ਹੈ, ਇਹ ਭੈਣ ਹੈ, ਇਹ ਮਾਂ ਹੈ, ਇਹਦਾ ਰਿਸ਼ਤਾ ਕਿਵੇਂ ਨਿਭਾਉਣਾ, ਉਹ ਵੀ ਸਾਡੇ ਸਾਹਮਣੇ ਤਾਰ ਹੋ ਗਿਆ ਕਿ ਨਹੀਂ ਹੋਇਆ। ਇਹ ਸਾਰਾ ਕਲਯੁਗ ਦਾ ਵਰਤਾਰਾ ਸ਼ੁਰੂ ਹੋਇਆ। ਕਹਿੰਦੇ ਜਦੋਂ ਕਲਯੁਗ ਦਾ ਪਹਿਲਾ ਚਰਨ ਹੋਵੇਗਾ, ਸ਼ੰਕਰ ਹੋਏ ਅਵਤਾਰ ਸ਼ਿਵ ਸ਼ਰੁਤ ਮਤ ਬਿਦਤਾਵੈ। ਉਦੋਂ ਵੀ ਰਾਖਸ਼ਾਂ ਦਾ ਨਾਸ ਕਰਨ ਲਈ ਭਗਵਾਨ ਸ਼ਿਵ ਜੀ ਸ਼ੰਕਰਾਚਾਰਿਆ ਦੇ ਰੂਪ ਵਿੱਚ ਆਉਣਗੇ। ਸ਼ੰਕਰਾਚਾਰਿਆ ਸਾਧ ਸੰਗਤ ਜੀ ਇੱਕ ਮਹਾਂਪੁਰਸ਼ ਹੋਏ ਹੈ ਬ੍ਰਾਹਮਣ ਕੁਲ ਦੇ ਵਿੱਚ। ਅੱਜ ਤੋਂ ਕੋਈ 1200-1300 ਸਾਲ ਪਹਿਲਾਂ ਦੱਖਣ ਭਾਰਤ ਵਿੱਚ ਅਲੰਦੀ ਨਾਮ 'ਚ ਉਹਨਾਂ ਦਾ ਜਨਮ ਹੋਇਆ ਪਿੰਡ ਦੇ ਵਿੱਚ। ਤੇ ਬਾਅਦ ਵਿੱਚ ਉਹਨਾਂ ਨੇ 4 ਮੱਠ ਵੀ ਸੰਨਿਆਸੀਆਂ ਦੇ ਕਾਇਮ ਕੀਤੇ। ਜਿਹੜੀ ਵੇਦ ਦੀ ਵਿੱਦਿਆ ਅਲੋਪ ਹੋ ਚੁੱਕੀ ਸੀ, ਵੇਦ ਦੀ ਵਿੱਦਿਆ ਨੂੰ ਦੁਬਾਰਾ ਸੁਰਜੀਤ ਕੀਤਾ। ਵੇਦਾਂਤ ਸ਼ਾਸਤਰ ਉੱਤੇ ਉਹਨਾਂ ਨੇ ਬੜੇ ਵਧੀਆ ਟੀਕੇ ਲਿਖੇ, ਬੜੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਸੋ ਜਦੋਂ ਸ਼ੰਕਰਾਚਾਰਿਆ ਜੀ ਆਉਣਗੇ ਉਦੋਂ ਸਮਾਜ ਵਿੱਚ ਨਵੀਂ ਕ੍ਰਾਂਤੀ ਆਏਗੀ। ਸ਼ੰਕਰਾਚਾਰਿਆ ਤੋਂ ਪਹਿਲਾਂ ਜਿਹੜਾ 500-600 ਸਾਲ ਦਾ ਸਮਾਂ ਹੈ ਨਾ, ਉਹ ਸਾਧ ਸੰਗਤ ਜੀ ਰਾਖਸ਼ਾਂ ਦਾ ਹੀ ਸਮਾਂ ਸੀਗਾ। ਜਿਹੜੇ ਬੁੱਧ ਮਤ ਦੇ ਜੈਨ ਮਤ ਦੇ ਉਪਦੇਸ਼ਕ ਸਨ, ਉਹਨਾਂ ਨੇ ਲੋਕਾਂ ਨੂੰ ਪਰਮਾਤਮਾ ਵੱਲੋਂ ਨਾਸਤਕ ਕਰ ਦਿੱਤਾ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਜੈਨੀਆਂ ਦੇ ਬਾਰੇ ਬਚਨ ਲਿਖਿਆ ਹੈ ਮਾਝ ਕੀ ਵਾਰ ਦੇ ਵਿੱਚ, ਦਈ ਵਿਗੁੱਤੇ ਫਿੱਟੈ ਵੱਤੈ ਗੱਲਾਂ ਤਾਹੀਂ। ਦਈ ਵਿਗੁੱਤੇ ਮੈਨੇ ਪਰਮਾਤਮਾ ਤੋਂ ਬੇਮੁਖ ਹੋ ਗਏ, ਪਰਮਾਤਮਾ ਨੂੰ ਨਹੀਂ ਮੰਨਦੇ। ਜਿਹੜੇ ਜੈਨੀ ਨੇ ਨਾ, ਉਹ ਈਸ਼ਵਰ ਨੂੰ ਨਹੀਂ ਮੰਨਦੇ। ਇਸ ਕਰਕੇ ਵੇਦ ਤੋਂ ਵਿਰੁੱਧ ਮਤ ਚਲਾ ਦਿੱਤਾ। ਸ਼ੰਕਰਾਚਾਰਿਆ ਜੀ ਨੇ ਆ ਕੇ ਉਹ ਸਾਰੇ ਕੁਫਰ ਦੇ ਕਿਲੇ ਪੁੱਟੇ ਤੇ ਉਹਨਾਂ ਨੇ ਇੱਕ ਬ੍ਰਹਮ ਦੀ, ਇੱਕ ਪਰਮਾਤਮਾ ਦੀ, ਇੱਕ ਈਸ਼ਵਰ ਦੀ ਸੱਤਾ ਨੂੰ ਸਿੱਧ ਕੀਤਾ। ਉਹਦੇ ਨਾਲ ਦੁਨੀਆ ਵਿੱਚ ਥੋੜ੍ਹਾ ਗਿਆਨ ਫੈਲਿਆ, ਕੋਈ ਚਾਨਣਾ ਹੋਇਆ। ਪਿੱਛੋਂ ਭਗਤੀ ਲਹਿਰ ਚੱਲੀ, ਜਿਹਦੇ 'ਚ ਜੈਦੇਵ ਜੀ, ਰਾਮਾਨੰਦ ਜੀ, ਸੂਰਦਾਸ ਜੀ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਪੀਪਾ ਜੀ, ਧੰਨਾ ਜੀ, ਤੁੱਕਾ ਰਾਮ ਜੀ, ਗਿਆਨਦੇਵ ਜੀ, ਗਿਆਨੇਸ਼ਵਰ ਜੀ, ਇੱਦਾਂ ਦੇ ਮਹਾਂਪੁਰਸ਼ ਪੈਦਾ ਹੋਏ। ਉਹਨਾਂ ਮਹਾਂਪੁਰਸ਼ਾਂ ਨੇ ਸਾਰੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ 'ਚ ਵੱਖ-ਵੱਖ ਬੋਲੀਆਂ 'ਚ ਬਾਣੀ ਰਚ ਕੇ ਜਿਹੜਾ ਪਰਮਾਤਮਾ ਦਾ ਬ੍ਰਹਮ ਦਾ ਗਿਆਨ ਸੀ ਉਹ ਲੋਕਾਂ ਨੂੰ ਵੰਡਿਆ। ਤਾਂ ਲੋਕ ਆਸਤਕ ਬਣੇ, ਲੋਕਾਂ ਦੇ ਨਾਸਤਕ ਬਣ ਗਏ ਸੀਗੇ। ਇਹ ਦੁਨੀਆ ਦੇ ਕਈ ਰੰਗ ਆਏ, ਕਈ ਇੱਦਾਂ ਨਹੀਂ ਚਲੀ ਆ ਰਹੀ ਦੁਨੀਆ। ਕਈ ਇਹੋ ਜਿਹੇ ਸਮੇਂ ਆਏ ਵੀ ਇਕੱਲਾ ਬੰਦਾ ਹੀ ਰਹਿ ਜਾਂਦਾ ਸੀ ਰੱਬ ਨੂੰ ਮੰਨਣ ਵਾਲਾ, ਬਾਕੀ ਸਾਰੇ ਵਿਰੋਧੀ ਹੋ ਜਾਂਦੇ ਸੀ। 5 ਸਾਲ ਦਾ ਬੱਚਾ ਪ੍ਰਹਲਾਦ ਭਗਤ, ਉਹਨੇ ਸਾਰੀ ਦੁਨੀਆ ਕਹਿਣ ਲੱਗ ਪਈ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਤੇ ਉਹਨੇ ਕਿਹਾ ਸੀ ਨਹੀਂ, ਹੈ ਵੀ ਰਾਮ ਹੋਸੀ ਵੀ ਰਾਮ, ਆਖੋ ਸਤਨਾਮ ਸ੍ਰੀ। ਸੋ ਪਹਿਲਾਂ ਸ਼ੰਕਰਾਚਾਰਿਆ ਜੀ ਹੋਣਗੇ ਜਿਹੜੇ ਵੇਦ ਦਾ ਪ੍ਰਚਾਰ ਵੇਦਾਂਤ ਵਿਦਿਆ ਰਾਹੀਂ ਕਰਨਗੇ। ਵਿਸ਼ਨ ਅੰਤ ਤੇ ਭਗਨ ਸੁਤ ਹੋਵੈ ਅਵਤਾਰਾ। ਫਿਰ ਉਸ ਯੁੱਗ ਦੇ ਵਿੱਚ ਸੂਰਜ ਵੰਸ਼ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਅਵਤਾਰ ਧਾਰੇਗਾ। ਸੂਰਜ ਵੰਸ਼ੀਆਂ ਦੇ ਵਿੱਚ 2 ਕੁਲਾਂ ਚੱਲ ਪਈਆਂ, ਇੱਕ ਬੇਦੀ, ਇੱਕ ਸੋਢੀ। 10ਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਸਾਰੀ ਕਥਾ ਲਿਖੀ ਹੈ ਕਿ ਜਿਨ੍ਹਾਂ ਵੇਦ ਪਠਿਓ ਸੋ ਬੇਦੀ ਕਹਾਏ। ਜਿਨ੍ਹਾਂ ਨੇ ਵੇਦ ਪੜ੍ਹ ਲਏ ਛਤਰੀਆਂ ਨੇ, ਹੈ ਤਾਂ ਸੂਰਜਵੰਸ਼ੀ ਰਾਜੇ ਸੀਗੇ, ਵੇਦ ਪੜ੍ਹਨ ਕਰਕੇ ਬੇਦੀ ਹੋਏ। 3 ਬੇਦੀਆਂ ਕੀ ਕੁਲ ਵਿਖਾ, ਉਹਨਾਂ ਬੇਦੀਆਂ ਦੇ ਕੁਲ ਵਿੱਚ ਪ੍ਰਗਟੇ ਨਾਨਕ ਰਾਏ। ਉਸ ਵੇਲੇ ਪਰਮੇਸ਼ਰ ਦਾ ਵਾਹਿਗੁਰੂ ਦਾ ਅਵਤਾਰ ਹੋਵੇਗਾ। ਤੇ ਉਹਨਾਂ ਤੋਂ ਕੋਈ 125 ਸਾਲ ਬਾਅਦ ਤੁਹਾਡਾ ਜਨਮ ਹੋਵੇਗਾ। ਆਖੋ ਸ੍ਰੀ ਵਾਹਿਗੁਰੂ। ਇਹ ਚੰਡੀ ਨੇ, ਸਮੁੰਦ ਰਿਸ਼ੀ ਜੀ ਨੇ
ਉਸ ਵੇਲੇ ਦੁਸ਼ਟ ਦਮਨ ਨੂੰ ਬਚਨ ਕਹੇ ਕਿ ਕਲਯੁਗ ਦੇ ਸਮੇਂ ਵਿੱਚ ਕਲਯੁਗ ਦਾ ਪਹਿਲਾ ਚਰਨ ਚੱਲ ਰਿਹਾ ਹੋਵੇਗਾ, ਉਦੋਂ ਤੁਹਾਡਾ ਅਵਤਾਰ ਹੋਵੇਗਾ, ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬਿਰਾਜੋਗੇ। ਕਰੋ ਅਵਾਹਨ ਮੋਹਿ ਕਉ ਤਬ ਹੀਤ ਹੈ ਆਵੋ। ਉਸ ਵੇਲੇ ਮੈਂ ਆਵਾਂਗੀ, ਤੁਸੀਂ ਮੈਨੂੰ ਯਾਦ ਕਰਿਆ ਜੇ। ਕਰ ਕੈ ਸ਼ਬਦ ਪ੍ਰਕਾਸ਼ ਕਉ ਤੁਮ ਮਹਿ ਦਰਸਾਵੋ। ਮੈਂ ਉਸ ਵੇਲੇ ਸ਼ਬਦ ਪ੍ਰਕਾਸ਼ ਕਰਾਂਗੀ। ਸਾਧ ਸੰਗਤ ਜੀ, ਚੰਡੀ ਪ੍ਰਗਟ ਹੋਈ, ਕਿਵੇਂ ਪ੍ਰਗਟ ਹੋਈ? ਅੱਜ ਵੀ ਪ੍ਰਗਟ ਹੋ ਸਕਦੀ ਹੈ, ਹੁੰਦੀ ਹੈ। ਤੁਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਨ ਲੱਗ ਜਾਓ, ਚੰਡੀ ਪ੍ਰਗਟ ਹੋ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਦਸਵੇਂ ਪਾਤਸ਼ਾਹ ਦੀ ਬਾਣੀ ਹੀ ਚੰਡੀ ਰੂਪ ਹੈ। ਉਹ ਕਹਿੰਦੇ ਮੈਂ ਆਵਾਂਗੀ, ਜਦੋਂ ਲੋੜ ਪਵੇਗੀ ਉਦੋਂ ਪ੍ਰਗਟ ਹੋਵਾਂਗੀ ਖਾਲਸੇ ਦੇ ਵਿੱਚ। ਦਿਨ ਮਹਿ ਅੰਜਨ ਬਸਨ ਮਾਮ ਨਹਿ ਅੰਗੀਕਾਰੈ। ਕਹਿੰਦੇ ਮੇਰਾ ਜਿਹੜਾ ਸਰੂਪ ਹੈ ਉਹ ਕਾਲਾ ਹੈ, ਨੀਲਾ ਹੈ, ਉਹ ਤੁਹਾਡੇ ਖਾਲਸੇ ਦਾ ਬਾਣਾ ਹੋਵੇਗਾ। ਇਮ ਕਹਿ ਪ੍ਰੇਮ ਵਿਸਾਲ ਤੇ ਤਨ ਚਾਟਨ ਧਾਰੈ। ਏਦਾਂ ਕਹਿ ਕੇ ਪ੍ਰੇਮ ਨਾਲ ਦੁਸ਼ਟ ਦਮਨ ਨੂੰ ਉਹ ਪਿਆਰ ਕਰਨ ਲੱਗੀ, ਜਿਵੇਂ ਮਾਂ ਆਪਣੇ ਪੁੱਤਰ ਦਾ ਮੱਥਾ ਚੁੰਮਦੀ ਹੈ, ਚੱਟਦੀ ਹੈ, ਗਲ ਨਾਲ ਲਾਉਂਦੀ ਹੈ, ਇਵੇਂ ਦੁਸ਼ਟ ਦਮਨ ਜੀ ਨੂੰ ਆਦਿ ਸ਼ਕਤੀ ਚੰਡਕਾ ਮਾਤ ਪਿਆਰ ਕਰਦੀ, ਦੁਲਾਰ ਕਰਦੀ ਹੈ। ਖੁਸ਼ੀ ਭਈ ਜਿਮ ਪੁੱਤਰ ਪਰ ਹੋਏ ਮਾਤ ਸਨੇਹਾ। ਜਿਵੇਂ ਮਾਂ ਆਪਣੇ ਪੁੱਤਰ ਤੇ ਖੁਸ਼ ਹੁੰਦੀ ਹੈ, ਮਾਂ ਆਪਣੇ ਪੁੱਤਰ ਨੂੰ ਲਾਡ ਪਿਆਰ ਕਰਦੀ ਹੈ, ਇਵੇਂ ਦੁਸ਼ਟ ਦਮਨ ਜੀ ਨੂੰ ਚੰਡਕਾ ਨੇ ਲਾਡ ਪਿਆਰ ਕੀਤਾ ਹੈ। ਕਰਦ ਪਰਾਂਦਾ ਏਕ ਤਬ ਚੂਰੀ ਇਕ ਦੇਹਾ। ਇੱਕ ਕਰਦ, ਇੱਕ ਪਰਾਂਦਾ ਤੇ ਇੱਕ ਚੂੜੀ ਉਹ ਨਿਸ਼ਾਨੀ ਵਜੋਂ ਦਿੱਤੀ ਹੈ। ਸ਼ੇਰ ਖਾਲ ਤੇ ਖਾਲਸਾ ਬਰਸੋਂ ਉਪਜਾਵਾ। ਤੇ ਫਿਰ ਉਹ ਜਿਹੜੇ ਸ਼ੇਰ ਦੀ ਖਲ ਵਿੱਚੋਂ ਵਾਲ ਡਿੱਗੇ ਸਨ, ਇੱਕ ਤਾਂ ਉਹਦੇ ਚੋਂ ਦੁਸ਼ਟ ਦਮਨ ਪੈਦਾ ਹੋਇਆ ਸੀ ਤੇ ਬਾਕੀ ਬੱਬਰ ਸ਼ੇਰ ਪੈਦਾ ਹੋਏ ਸਨ। ਕਹਿਣ ਲੱਗੀ ਇਹਨਾਂ ਸ਼ੇਰਾਂ ਨੂੰ ਵੀ ਇੱਥੇ ਬਿਠਾ ਲਓ ਤੇ ਤਪ ਕਰੋ। ਜਦੋਂ ਕਲਯੁਗ ਵਿੱਚ ਦੈਂਤ ਦੁਬਾਰਾ ਜੰਮ ਪੈਣਗੇ, ਤੁਹਾਡਾ ਵੀ ਅਵਤਾਰ ਹੋਵੇਗਾ। ਇਹ ਖਲ ਵਿੱਚੋਂ ਖਾਲਸਾ ਪੈਦਾ ਹੋਇਆ, ਇਹ ਸਿੰਘ ਨਾਮ ਹੋਏਗਾ। ਮਨੁੱਖੀ ਜਾਮੇ 'ਚ ਆਉਣਗੇ, ਸਿੱਖਾਂ ਦੇ ਘਰ ਜਨਮ ਲੈਣਗੇ, ਤੁਹਾਡੇ ਖੰਡੇ ਦਾ ਅੰਮ੍ਰਿਤ ਛਕਣਗੇ, ਸਿੰਘ ਨਾਮ ਹੋਵੇਗਾ। ਕੇਸਾ ਧਾਰੀ ਹੋਣਗੇ, ਸ਼ਸਤਰ ਧਾਰੀ ਹੋਣਗੇ। ਇਹਨਾਂ ਸ਼ੇਰਾਂ ਤੇ ਮੈਂ ਸਵਾਰ ਹੋਵਾਂਗੀ। ਆਖੋ ਸਤਨਾਮ ਸ੍ਰੀ। ਕਹਿੰਦੇ ਨੇ ਵੀ ਚੰਡੀ ਸ਼ੇਰ ਤੇ ਸਵਾਰ ਹੁੰਦੀ ਹੈ। ਉਹ ਕਿਹੜੇ ਸ਼ੇਰ ਤੇ ਸਵਾਰ ਹੁੰਦੀ ਹੈ? ਚਾਰ ਪੈਰਾਂ ਵਾਲੇ ਤੇ ਨਹੀਂ, ਉਹ ਗੁਰੂ ਕੇ ਖਾਲਸੇ ਦੇ ਸਵਾਰ ਹੁੰਦੀ ਹੈ। ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਬਚਿੱਤਰ ਸਿੰਘ ਜੀ ਵਰਗੇ, ਉਹਨਾਂ ਸੂਰਮਿਆਂ ਦੇ ਸਵਾਰ ਹੁੰਦੀ ਹੈ ਜਿਹੜੇ 1.25 ਲੱਖ ਨਾਲ ਲੜ ਜਾਂਦੇ ਆ। ਹਾਂਜੀ। ਤੀਰ ਸ਼ੇਰ ਕੋ ਅਗਰ ਹੋਏ ਪਿੱਛੇ ਪਛਤਾਵਾ। ਕਹਿੰਦੇ ਸ਼ੇਰ ਦਾ ਤੇਜ ਪ੍ਰਤਾਪ ਹੋਵੇਗਾ, ਪਿੱਛੋਂ ਕੁਝ ਪਛਤਾਵਾ ਵੀ ਹੋਵੇਗਾ। ਉਹ ਕਿਵੇਂ ਹੋਇਆ ਸੀ ਸਾਧ ਸੰਗਤ ਜੀ? ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੋ ਗਿਆ, ਸਾਰੇ ਪਾਸੇ ਖਾਲਸੇ ਦਾ ਬੋਲਬਾਲਾ ਹੋ ਗਿਆ। ਕਹਿੰਦੇ ਵੀ ਸ਼ੇਰ ਦਾ ਅੱਗਾ ਵੱਡਾ ਹੁੰਦਾ, ਤੇ ਪਿੱਛੋਂ ਕੀ ਹੋਇਆ? ਸਿੰਘ ਸ਼ਰਾਬੀ ਤੇ ਘੋੜਾ ਕਾਜੇ। ਸਿੰਘ ਮੌਜ ਮਸਤੀਆਂ 'ਚ ਪੈ ਗਏ। ਜਦੋਂ ਮੌਜ ਮਸਤੀਆਂ 'ਚ ਪੈ ਗਏ, ਗੁਰੂ ਦੀ ਰਹਿਤ ਛੱਡ ਦਿੱਤੀ, ਅੰਗਰੇਜ਼ਾਂ ਨੇ ਰਾਜ ਖੋਹ ਲਿਆ। ਉਸ ਵੇਲੇ ਪਿੱਛੋਂ ਪਛਤਾਏ ਵੀ ਅਸੀਂ ਕੀ ਕੀਤਾ? ਇਸ ਤੇ ਗੁਰੂ ਦੇ ਬਚਨਾਂ ਤੋਂ। ਮਹਾਰਾਜ ਨੇ ਕਿਹਾ ਸੀ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਮਹਾਰਾਜ ਨੇ ਕਿਹਾ ਸੀ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਅਸੀਂ ਤੇ ਆਪਣੇ ਗੁਰੂ ਦੀ ਰਹਿਤ ਛੱਡ ਬੈਠੇ ਖੁਆਰ ਹੋਏ। ਹਾਂਜੀ। ਹੋਏ ਉਨਮਾਦ ਵਸਤ ਕੋ ਪਛਤਾਵਾ ਸੋਈ। ਕਹਿੰਦੇ ਜਦੋਂ ਕੋਈ ਬੰਦਾ ਨਸ਼ਾ ਕਰ ਲੈਂਦਾ, ਕਿਸੇ ਚੀਜ਼ ਦਾ ਉਹਨੂੰ ਨਸ਼ਾ ਹੋ ਜਾਂਦਾ, ਉਨਮਾਦ ਮੈਨੇ ਨਸ਼ਾ, ਉਹ ਨਸ਼ਾ ਸਭ ਤੋਂ ਮਾੜਾ ਹੁੰਦਾ ਰਾਜ ਦਾ ਨਸ਼ਾ। ਹੰਕਾਰ, ਸ਼ਰਾਬ, ਭੰਗ, ਅਫੀਮ, ਡੋਡੇ, ਕਈ ਤਰ੍ਹਾਂ ਦੇ ਨਸ਼ੇ ਨੇ। ਪਰ ਰਾਤ ਨੂੰ ਪੀਓ ਸਵੇਰੇ ਉਤਰ ਜਾਂਦੇ ਆ, ਸਵੇਰੇ ਪੀਓ ਸ਼ਾਮ ਨੂੰ ਉਤਰ ਜਾਂਦੇ ਆ। ਇੱਕ ਹੰਕਾਰ ਦਾ ਨਸ਼ਾ, ਜਿਹੜਾ ਮਾਇਆ ਦਾ ਨਸ਼ਾ, ਇਹ ਬੰਦੇ ਨੂੰ ਕਈ ਜਨਮਾਂ ਤੱਕ ਨਹੀਂ ਖਹਿੜਾ ਛੱਡਦਾ। ਕਹਿੰਦੇ ਜਦੋਂ ਹੰਕਾਰ ਹੋ ਜਾਏਗਾ, ਪਿੱਛੋਂ ਪਛਤਾਵਾ ਕਰਨਗੇ। ਤੇਰੇ ਪੰਥ ਕੋ ਤਨ ਸੰਕਟ ਜੋਈ। ਤੇਰੇ ਪੰਥ ਨੂੰ ਮੈਂ ਸੰਕਟ ਵੀ ਦਿਆਂਗੀ, ਚੰਡੀ ਕਹਿੰਦੀ। ਕਿਉਂਕਿ ਚੰਡੀ ਨੇ ਕਦੀ ਕਿਸੇ ਨੂੰ ਫੁੱਲਾਂ ਦੀ ਸੇਜ ਤੇ ਥੋੜਾ ਬਿਠਾਣਾ। ਆਖੋ ਸਤਨਾਮ ਸ੍ਰੀ। ਚੰਡੀ ਨੇ ਤਾਂ ਮਾਛੀਵਾੜੇ ਦੇ ਜੰਗਲਾਂ 'ਚ ਘੁਮਾਣਾ। ਚੰਡੀ ਨੇ ਤਾਂ ਚਮਕੌਰ ਦੀ ਗੜੀ 'ਚ ਹਾਜ਼ਰੀ ਲਵਾਉਣੀ ਹੈ। ਤੇਰੇ ਪੰਥ ਤੇ ਕਸ਼ਟ ਆਵੇਗਾ, ਬੜੀਆਂ ਸ਼ਹਾਦਤਾਂ, ਬੜੀਆਂ ਸ਼ਹੀਦੀਆਂ,
ਬੜੀਆਂ ਕੁਰਬਾਨੀਆਂ ਹੋਣਗੀਆਂ। ਕਹਿ ਕਰ ਅੰਤਰ ਧਿਆਨ ਭੀ ਸੋ ਪੁਰਖ ਸੁਜਾਨਾ। ਉਹ ਅਕਾਲ ਪੁਰਖ ਪਰਮੇਸ਼ਰ ਦੀ ਆਦ ਸ਼ਕਤੀ ਕਹਿ ਕੇ ਆਪਣੇ ਵਰ ਦੇ ਕੇ ਸਰੂਪ ਵਿੱਚ ਲੀਨ ਹੋ ਗਈ, ਅੰਤਰ ਧਿਆਨ ਹੋ ਗਈ। ਆਇਓ ਤਪਸੀ ਪਿਤਾ ਢਿਗ ਬੰਧਨ ਕੋ ਠਾਨਾ। ਚੰਡੀ ਦਾ ਵਰ ਲੈ ਕੇ ਦੁਸ਼ਟ ਦਮਨ ਜੀ ਆਪਣੇ ਪਿਤਾ ਸਮੁੰਦ ਰਿਸ਼ੀ ਕੋਲ, ਜਿੱਥੇ ਅੱਜ ਕੱਲ੍ਹ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਹੈ, 7 ਚੋਟੀਆਂ ਹਨ, ਉੱਥੇ ਆ ਗਏ। ਬੋਲਿਓ ਸੁਨ ਵਰ ਪੁੱਤਰ ਸੁਨ ਜਨਮੋ ਕਲ ਮਾਹੀ। ਤੇ ਪਿਤਾ ਨੂੰ ਦੱਸਿਆ ਕਿ ਮੈਨੂੰ ਜਗਤ ਮਾਤ ਚੰਡਕਾ ਨੇ ਵਰ ਦਿੱਤਾ ਹੈ, ਕਲਯੁਗ ਦੇ ਸਮੇਂ ਵਿੱਚ ਬੜਾ ਭਿਆਨਕ ਯੁੱਧ ਕਰਨਾ ਪਵੇਗਾ ਤੇ ਚੰਡੀ ਫਿਰ ਪ੍ਰਗਟ ਹੋਵੇਗੀ। ਉਹ ਵਰ ਦੀ ਗੱਲ ਸੁਣ ਕੇ ਸਮੁੰਦ ਰਿਸ਼ੀ ਜੀ ਦੁਸ਼ਟ ਦਮਨ ਜੀ ਨੂੰ ਕਹਿਣ ਲੱਗੇ, ਕਹਿਣ ਲੱਗੇ, ਕਹਿੰਦੇ ਪੁੱਤਰ ਕਲਯੁਗ ਦੇ ਵਿੱਚ ਫਿਰ ਮੈਂ ਤੇਰਾ ਪਿਓ ਬਣਾਂਗਾ, ਤੂੰ ਮੇਰਾ ਪੁੱਤਰ ਬਣੇਗਾ, ਪਰ ਮੈਂ ਤੈਨੂੰ ਥੋੜੇ ਦਿਨ ਵੇਖਾਂਗਾ, ਤੂੰ 9 ਸਾਲ ਦਾ ਹੋਏਗਾ ਤੇ ਮੈਂ ਚਲਾ ਜਾਵਾਂਗਾ। ਹਾਂਜੀ, ਵਰ ਦੇਵੀ ਤੇ ਜੋ ਲਿਓ ਰੱਖਿਆ ਕਰ ਮੇਰੀ। ਜੋ ਤੂੰ ਦੇਵੀ ਤੋਂ ਵਰ ਲਿਆ ਹੈ, ਦੇਵੀ ਦੀ ਤੂੰ ਰੱਖਿਆ ਕੀਤੀ ਹੈ, ਉਹ ਕਲਯੁਗ ਵਿੱਚ ਤੇਰੀ ਸਹਾਇਤਾ ਕਰੇਗੀ। ਤਬੀਹ ਤਟ ਗੋਦਾਵਰੀ ਲਹਿ ਸ਼ਕਤ ਬਡੇਰੀ। ਇਸ ਕਰਕੇ ਹੁਣ ਤਪ ਕਰੋ, ਤਪ ਕਰਕੇ ਹੋਰ ਸ਼ਕਤੀ ਪੈਦਾ ਕਰੋ, ਗੋਦਾਵਰੀ ਦੇ ਕੰਢੇ ਤੇ ਤਪ ਕਰੋ। ਸਾਧ ਸੰਗਤ ਜੀ, ਆਪਾਂ ਜਾਣਦੇ ਨਾ ਵੀ ਮਹਾਰਾਜ ਨੇ ਹਜੂਰ ਸਾਹਿਬ ਵੀ ਤਪ ਕੀਤਾ ਪਿਛਲੇ ਜਨਮ ਵਿੱਚ। ਉਹ ਮਹਾਰਾਜ ਦਾ ਸਤਜੁਗੀ ਤਪ ਸਥਾਨ ਹੈ, ਗੋਦਾਵਰੀ ਦਾ ਕੰਢਾ। ਉੱਥੇ ਸਮੁੰਦਰ ਰਿਸ਼ੀ ਜੀ ਕਹਿੰਦੇ ਚਲੇ ਜਾਓ ਤੇ ਤਪ ਕਰੋ। ਸਮੁਝ ਤੇ ਭਇਓ ਰਖ ਨਾਮ ਗੋਬਿੰਦੰ। ਜਿਵੇਂ ਸਾਧ ਸੰਗਤ ਜੀ ਫੁੱਲ ਦੀ ਡੋਡੀ ਨਹੀਂ ਖੁੱਲਦੀ, ਗੋਭੀ, ਉਹ ਜੋ ਫੁੱਲ ਨਿਕਲਦਾ, ਫੁੱਲ ਖਿੜਦਾ ਵੇਖਿਆ ਤੁਸੀਂ ਕਦੀ? ਫੁੱਲ ਖਿੜਦਾ ਇੱਦਾਂ ਡੋਡੀ ਬੰਦ ਹੁੰਦੀ ਹੈ ਨਾ, ਤੇ ਇੱਕਦਮ ਸੂਰਜ ਦੀਆਂ ਕਿਰਨਾਂ ਪੈਂਦੀਆਂ, ਇੱਦਾਂ ਖਿੜ ਜਾਂਦਾ। ਗੋਭੀ ਤੇ ਪ੍ਰਗਟ ਭਇਓ, ਜਿਵੇਂ ਗੋਭੀ ਦੇ ਵਿੱਚੋਂ ਫੁੱਲ ਨਿਕਲ ਆਉਂਦਾ ਨਾ, ਇੱਦਾਂ ਤੂੰ ਮੇਰੀ ਸ਼ੇਰ ਦੀ ਖਲ ਵਿੱਚੋਂ ਪ੍ਰਗਟ ਹੋਇਆ। ਦੇਵੀ ਪਦਵੀ ਸਿੰਘ ਕੇ ਤੁਹ ਦੇਹੀ ਸੁਛੰਦੰ। ਇਸ ਕਰਕੇ ਉਦੋਂ ਤੇਰਾ ਨਾਮ ਗੋਬਿੰਦ ਹੋਵੇਗਾ, ਗੋਬਿੰਦ ਤੇਰਾ ਨਾਮ ਹੋਵੇਗਾ। ਚੰਡੀ ਨੇ ਤੈਨੂੰ ਸਿੰਘ ਦੀ ਪਦਵੀ ਦਿੱਤੀ ਹੈ, ਤੇਰਾ ਨਾਮ ਗੋਬਿੰਦ ਸਿੰਘ ਹੋਵੇਗਾ। ਹਾਂਜੀ, ਕਹਿਓ ਪਿਤਾ ਕੋ ਨਮੋ ਕਰ ਤਬ ਤਹਾਂ ਆਰੰਭਾ। ਜਾ ਪੁੱਤਰ ਤਪ ਕਰ, ਕਲਯੁਗ ਵਿੱਚ ਦੈਂਤ ਫਿਰ ਪੈਦਾ ਹੋਣੇ ਨੇ। ਅਕਾਲ ਪੁਰਖ ਦਾ ਅਵਤਾਰ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਦੁਨੀਆ ਤੇ ਆਉਣਗੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਗੁਰੂ ਨਾਨਕ ਦੇਵ ਜੀ ਦੀ ਜੋਤ 10 ਜਾਮਿਆਂ 'ਚ ਵਰਤੇਗੀ, 9ਵੀਂ ਥਾਂ ਤੇ ਸਾਡੇ 'ਚ ਆਏਗੀ। ਸਮੁੰਦਰ ਰਿਸ਼ੀ ਜੀ ਕਹਿੰਦੇ ਆ ਸਾਡਾ ਨਾਮ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋਵੇਗਾ, ਤੇ ਤੁਸੀਂ ਸਾਡੇ ਘਰ ਪੁੱਤਰ ਬਣ ਕੇ ਹੀ ਜਨਮ ਲਓਗੇ। ਤੁਹਾਡਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਵੇਗਾ। 9 ਸਾਲ ਮੈਂ ਤੁਹਾਡੇ ਕੋਲ ਰਵਾਂਗਾ, 9 ਸਾਲ ਬਾਅਦ ਤੁਹਾਡਾ ਫਿਰ ਮੇਰੇ ਤੋਂ ਸਰੀਰ ਕਰਕੇ ਵਿਛੋੜਾ ਹੋਵੇਗਾ। ਹਾਂਜੀ, ਐਸੀ ਲਗੀ ਸਮਾਦ ਤਬ ਸੁਰ ਪਿਖਤ ਅਚੰਬਾ। ਕਹਿੰਦੇ ਦੁਸ਼ਟ ਦਮਨ ਜੀ ਤਪ ਕਰਨ ਲੱਗ ਪਏ, ਪਿਤਾ ਦੀ ਆਗਿਆ ਪਾ ਕੇ ਤਪ ਆਰੰਭ ਕਰ ਦਿੱਤਾ। ਐਸੀ ਸਮਾਧ ਲੱਗ ਗਈ, ਐਸੀ ਲਿਵ ਲੱਗ ਗਈ, ਕਹਿੰਦੇ ਦਵੈਤੇ ਏਕ ਰੂਪ ਹੋਇਆ ਗਇਓ। ਇਸ ਤਰ੍ਹਾਂ ਤਪ ਕੀਤਾ ਵੀ ਦਵੈਤ ਮਿਟ ਗਈ। ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਪਰਮੇਸ਼ਰ ਦੇ ਧਿਆਨ ਵਿੱਚ ਸਾਰੇ ਫੁਰਨੇ ਵਿਲੀਨ ਹੋ ਗਏ। ਦੇਵਤੇ ਵੀ ਹੈਰਾਨ ਹੋ ਗਏ। ਸਭ ਸ੍ਰਿਸ਼ਟੀ ਉਸ ਤਪ ਨੂੰ ਵੇਖ ਕੇ ਨਮਸਕਾਰ ਕਰਨ ਲੱਗੀ ਹੈ। ਰਹੀ ਸੁ ਲਗੀ ਸਮਾਧ ਹੈ ਮਾਇਆ ਭੀ ਐਸੇ। ਕਹਿੰਦੇ ਸਮਾਧ ਲੱਗੀ, ਯੁੱਗ ਬੀਤ ਗਏ, ਕਈ ਯੁੱਗਾਂ ਤੋਂ ਬਾਅਦ ਐਸੀ ਮਾਇਆ ਵਰਤੀ ਹੈ। ਅੰਦਰ ਤੇ ਨਿਕਸੀ ਕਲਾ ਹੋਏ ਸੁਪਨਾ ਜੈਸੇ। ਅੰਦਰੋਂ ਕਲਾ ਪ੍ਰਗਟ ਹੋਈ, ਜਿਵੇਂ ਅੰਦਰੋਂ ਸੁਪਨਾ ਨਹੀਂ ਪ੍ਰਗਟ ਹੁੰਦਾ। ਸਾਧ ਸੰਗਤ ਜੀ, ਸੁਪਨੇ 'ਚ ਤੁਸੀਂ ਬੜਾ ਕੁਝ ਦੇਖਦੇ ਹੋ। ਆਪਣੇ ਸੁਪਨੇ ਤੇ ਬਹੁਤ ਫੋਕਸ ਕਰਿਆ ਕਰੋ, ਆਪੋ ਆਪਣੇ ਸੁਪਨੇ। ਤੁਸੀਂ ਸੁਪਨੇ ਵਿੱਚ ਹਾਥੀ ਘੋੜੇ ਦੇਖਦੇ ਹੋ, ਸੁਪਨੇ ਵਿੱਚ ਤੁਸੀਂ ਗੱਡੀਆਂ ਰੇਲਾਂ ਜਹਾਜ਼ ਦੇਖਦੇ ਹੋ, ਦਰਿਆ ਦੇਖਦੇ ਹੋ, ਸਮੁੰਦਰ ਦੇਖਦੇ ਹੋ, ਪਹਾੜ ਦੇਖਦੇ ਹੋ, ਸਾਰੀ ਧਰਤੀ ਦੇਖਦੇ ਹੋ, ਬੰਦੇ ਇਸਤਰੀਆਂ ਦੇਖਦੇ ਹੋ ਤੁਸੀਂ ਸੁਪਨੇ ਵਿੱਚ। ਸਾਰਾ ਕੁਝ ਇੱਥੇ ਇੱਕ ਬਰੀਕ ਨਾੜੀ ਹੈ, ਉਹਨੂੰ ਹਿਤਾ ਨਾੜੀ ਕਹਿੰਦੇ ਆ। ਦੱਸਦੇ ਆ ਵੀ ਉਹ ਕੰਠ ਦੇ ਵਿੱਚ ਸਥਾਨ ਹੈ ਉਹਦਾ,
ਤੇ ਉਹ ਵਾਲ ਦੇ ਨਾਲੋਂ ਜਿਹੜਾ ਸਾਡਾ ਕੇਸ ਹੈ ਉਹਦੇ ਨਾਲੋਂ 1000 ਗੁਣਾ ਬਰੀਕ ਨਾੜੀ ਹੈ। ਜੀਵ ਕਲਾ ਉਹਦੇ ਵਿੱਚ ਜਦੋਂ ਨਿਵਾਸ ਕਰਦੀ ਹੈ ਉਸ ਵੇਲੇ ਸੁਪਨੇ ਦੀ ਮਾਇਆ ਸ਼ੁਰੂ ਹੁੰਦੀ ਹੈ। ਸਾਰਾ ਕੁਝ ਅੰਦਰ, ਹਾਥੀ ਘੋੜੇ ਜੋ ਕੁਝ ਵੀ ਹੁੰਦਾ, ਕਿਲੇ ਕੋਟ ਅੰਦਰ ਪੈਦਾ ਹੁੰਦੇ ਆ। ਇਸੇ ਤਰ੍ਹਾਂ ਹੀ ਸਾਰਾ ਕੁਝ ਫੁਰਨੇ ਤੋਂ ਹੀ ਪੈਦਾ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਆ ਜੋ ਸੰਸਾਰ ਬਾਹਰ ਮੁਖੀ ਦਿਸ ਰਿਹਾ, ਬਾਹਰ ਨਹੀਂ ਹੈ, ਇਹ ਤੁਹਾਡੇ ਅੰਦਰ ਹੈ। ਸਭ ਸੁਪਨਾ ਦੇਖ ਰਹੇ ਹੋ, ਜੋ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ। ਗੁਜਰੀ ਭਾਗਣ ਮਾਦ ਭੀ ਜਨਮੀ ਸੁਕਲਾ ਹੈ। ਕਹਿੰਦੇ ਉਹ ਜਿਹੜੀ ਅੰਦਰੋਂ ਕਲਾ ਨਿਕਲੀ ਨਾ ਸੁਪਨਾ ਰੂਪ ਹੋ ਕੇ, ਉਹ ਹੀ ਮਾਤਾ ਗੁਜਰੀ ਬਣ ਗਈ। ਆਖੋ ਸ੍ਰੀ ਵਾਹਿਗੁਰੂ। ਭਾਗਣ, ਭਾਗਾਂ ਵਾਲੀ। ਪਿਤਾ ਕੌਣ ਹੈ? ਉਹ ਸਮੁੰਦ ਰਿਸ਼ੀ ਜੀ, ਜਿਹੜੇ ਜੁਗਾਂ ਤੋਂ ਅਨਾਦਿ ਕਾਲ ਤੋਂ ਤਪ ਕਰ ਰਹੇ ਪਰਮੇਸ਼ਰ ਦਾ। ਤੇ ਮਾਂ ਕੌਣ ਹੈ? ਉਹ ਜਿਹੜੀ ਉਹਨਾਂ ਦੇ ਫੁਰਨੇ ਵਿੱਚ ਅੰਤਰ ਕਲਾ ਪ੍ਰਗਟ ਹੋਈ ਹੈ। ਉਸ ਕਲਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ ਸਹਿਸ ਕੀਰਤੀ ਸਲੋਕਾਂ 'ਚ ਲਿਖਿਆ ਹੈ। ਜੇਨ ਕਲਾ ਧਾਰਿਓ ਆਕਾਸ਼ੰ ਬੈਸੰਤਰ ਬੇਸ਼ਟੰ, ਜੇਨ ਕਲਾ ਸਸ ਸੂਰ ਨਖਤਰ ਜੋਤਿੰਗ ਸਰੀਰ ਧਾਰਨ। ਜਿਹੜੀ ਕਲਾ ਨਾਲ ਇਸ ਚੰਦ ਸੂਰਜ ਗ੍ਰਹਿ ਤਾਰੇ ਸਭ ਸ੍ਰਿਸ਼ਟੀ ਚੱਲ ਰਹੀ ਹੈ। ਤੇ ਸਤਿਗੁਰੂ ਕਲਗੀਧਰ ਜੀ ਨੇ ਲਿਖਿਆ ਹੈ, ਤੁਮਹੂ ਨਾ ਜਾਨੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਧਰੋ ਮਨ ਮੈਂ। ਉਹ ਜਿਹੜੀ ਜਗਤ ਮਾਤ ਚੰਡਕਾ, ਉਹੀ ਸ਼ਕਤੀ, ਉਹੀ ਕਲਾ ਸਭ ਥਾਂ ਤੇ ਵਰਤ ਰਹੀ ਹੈ। ਉਹ ਭਾਗਾਂ ਵਾਲੀ, ਕਰਮਾਂ ਵਾਲੀ ਪੂਜਨੀਕ ਮਾਤਾ ਗੁਜਰੀ ਬਣ ਕੇ ਆਈ ਹੈ। ਤੇਗ ਬਹਾਦਰ ਪਿਤਾ ਸੋ ਤਬ ਅਦਿਕ ਭਲਾ ਹੈ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ। ਘੂਰਮ ਲਗੀ ਸਮਾਦ ਜਿਸ ਹੋਏ ਉਹ ਪਿਤ ਸੋਈ। ਕਹਿੰਦੇ ਜਦੋਂ ਸਮਾਧ ਲੱਗ ਗਈ, ਬੜੀ ਗਾੜੀ ਸਮਾਧ ਲੱਗ ਗਈ, ਤੇ ਉਹ ਸਮਾਧ ਵਿੱਚ ਤਪ ਕਰਦਿਆਂ ਯੁੱਗ ਬੀਤ ਗਏ। ਅਕਾਲ ਪੁਰਖ ਨੇ ਬੁਲਾਇਆ, ਤਪ ਸਾਧਤ ਪ੍ਰਭ ਮੋਹਿ ਬੁਲਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਮੈਂ ਆਪਣਾ ਸੁਤ ਤੋਏ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਜਾਹੇ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤਾਂ ਉਸ ਵੇਲੇ ਮਹਾਰਾਜ ਕਾਲ ਪੁਰਖ ਦੇ ਹੁਕਮ ਨਾਲ ਉਸ ਪਿਤਾ ਗੁਰੂ ਤੇਗ ਬਹਾਦਰ ਦੇ ਘਰ ਜਨਮ ਲਿਆ ਹੈ। ਬਾਲਕ ਹਮਕੋ ਤਜਿਓ ਪਰ ਲੋਕ ਸੋ ਹੋਈ। ਹੁਣ ਮਹਾਰਾਜ ਆਪ ਸੁਣਾ ਰਹੇ ਸਿੰਘਾਂ ਨੂੰ, ਖਾਲਸਾ ਜੀ ਦੇਖੋ, ਉਹ ਸਾਡੇ ਗੁਰਦੇਵ ਪਿਤਾ ਜੀ, ਜਿਹੜੇ ਸਤਿਯੁਗ ਵਿੱਚ ਵੀ ਸਾਡੇ ਪਿਤਾ ਸਨ, ਕਲਯੁਗ ਵਿੱਚ ਵੀ ਸਾਡੇ ਪਿਤਾ ਮਹਾਰਾਜ। ਉਸ ਸਮੇਂ ਨਾਮ ਸਮੁੰਦ ਰਿਸ਼ੀ ਸੀ। ਕਲਯੁਗ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ 'ਚ ਪ੍ਰਗਟ ਹੋਏ। ਤੇ 9 ਸਾਲ ਅਸੀਂ ਉਹਨਾਂ ਦੇ ਸੰਗਤ 'ਚ ਰਹੇ ਹਾਂ। ਤੇ 9 ਸਾਲ ਦੇ ਅਸੀਂ ਹੋਏ। ਤੇ ਪਿਤਾ ਜੀ, ਜਬ ਹਮ ਧਰਮ ਕਰਮ ਮੋ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਹਾਂਜੀ, ਦੁਸ਼ਟ ਦਮਨ ਮੈਂ ਸੋ ਪੁਰਖ ਗੋਬਿੰਦ ਸਿੰਘ ਹੋਵਾ। ਸੋ ਖਾਲਸਾ ਜੀ ਤੁਸੀਂ ਪੁੱਛ ਲਿਆ। ਮਾਰੇ ਕਹਿੰਦੇ ਪੁੱਛਣਾ ਨਹੀਂ ਸੀ, ਤੁਸੀਂ ਜੇ ਪੁੱਛ ਲਿਆ ਤਾਂ ਹੁਣ ਮੈਨੂੰ ਦੱਸਣਾ ਪੈਣਾ। ਮੈਂ ਉਹੀ ਹਾਂ ਦੁਸ਼ਟ ਦਮਨ, ਜਿਹਨੇ ਹੇਮਕੁੰਡ ਤੇ ਤਪ ਕੀਤਾ 10,05,000 ਸਾਲ ਤਾਂ ਮੈਂ ਜੰਗ ਹੀ ਕੀਤਾ। ਤੇ ਬਾਕੀ ਤਪੱਸਿਆ ਕਿੰਨੀ ਕੀਤੀ ਉਹਦਾ ਕੋਈ ਹਿਸਾਬ ਨਹੀਂ। ਤਾਂ ਕਹਿੰਦੇ ਵੀ ਉਹ ਮੈਂ ਹੁਣ ਪ੍ਰਗਟ ਹੋਇਆ, ਮੇਰਾ ਨਾਮ ਗੋਬਿੰਦ ਸਿੰਘ ਹੈ। ਤਪਸੀ ਕੇ ਗਣ ਖਾਲਸਾ ਸੰਗਤ ਭਈ ਜੋਵਾ। ਤੇ ਮੇਰੇ ਨਾਲ ਉਹ ਤਪ ਕਰਨ ਵਾਲੇ ਉਹ ਸਾਰੇ ਬੱਬਰ ਸ਼ੇਰ ਆ ਬੈਠੇ ਹੈ। ਖਾਲਸਾ ਇਹ ਖਲ ਵਿੱਚੋਂ, ਸ਼ੇਰ ਦੀ ਖਲ ਵਿੱਚੋਂ ਪ੍ਰਗਟ ਹੋਇਆ ਖਾਲਸਾ। ਦੂਜਾ ਅਰਥ ਵੀ ਕਰਦੇ ਆ ਵੀ ਉਹ ਮੁਸਲਮਾਨਾਂ ਦੀ ਜ਼ਮੀਨ ਹੁੰਦੀ ਹੈ ਖਾਲਸਾ। ਉਹ ਸਾਧ ਸੰਗਤ ਜੀ ਬਾਅਦ ਦਾ ਅਰਥ ਹੈ। ਜਿਹੜਾ ਪ੍ਰਾਚੀਨ ਅਰਥ ਸੰਪਰਦਾ ਵਿੱਚ ਚੱਲਿਆ ਜਾਂਦਾ ਇਹੀ ਹੈ ਵੀ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਤੋਂ ਇਹ ਸ਼ੇਰਾਂ ਦਾ ਪੰਥ ਪੈਦਾ ਕੀਤਾ ਹੈ। ਦੇਵੀ ਕੇ ਬਰ ਕੀ ਸ਼ਕਤ ਅਬ ਬੜ ਬਿਦਤਾਈ। ਮਹਾਰਾਜ ਕਹਿੰਦੇ ਚੰਡੀ ਨੇ ਜੋ ਵਰ ਦਿੱਤਾ ਸੀ ਵੀ ਕਲਯੁਗ ਵਿੱਚ ਤੁਹਾਡਾ ਪੰਥ ਪੈਦਾ ਹੋਵੇਗਾ, ਮੈਂ ਤੁਹਾਡੇ ਪੰਥ ਦੇ ਅੰਗ ਸੰਗ ਹੋਵਾਂਗੀ। ਸਾਧ ਸੰਗਤ ਜੀ ਦੁਨੀਆ 'ਚ ਬੜੇ ਪੰਥ ਨੇ। ਕਿਸੇ ਦੇ ਗਾਤਰੇ ਕਿਰਪਾਨ ਹੈ ਤਾਂ ਦਿਖਾਓ। ਆਖੋ ਸ੍ਰੀ ਵਾਹਿਗੁਰੂ। ਕੋਈ ਦੂਜਾ ਮੁਸਲਮਾਨ, ਹਿੰਦੂ, ਕੋਈ ਈਸਾਈ, ਕੋਈ ਜੈਨੀ, ਬੋਧੀ ਕਿਰਪਾਨ, ਹਥਿਆਰ, ਡੰਡਾ ਲੈ ਕੇ ਬਾਹਰ ਜਾਏ, ਪੁਲਿਸ ਨੇ ਫੜ ਕੇ ਅੰਦਰ ਕਰ ਦੇਣਾ, ਤੁਹਾਨੂੰ ਰੋਕਦਾ ਕੋਈ? ਤੁਸੀਂ 3-3 ਫੁੱਟੀਆਂ ਪਾਈ ਫਿਰਦੇ ਹੋ। ਇੱਕੋ ਹੀ ਪੰਥ ਹੈ ਦੁਨੀਆ ਤੇ, ਜਿਹਦੇ ਅੰਗ ਸੰਗ ਚੰਡੀ ਹੈ, ਬਾਕੀ ਕਿਸੇ ਦੇ ਅੰਗ ਸੰਗ ਨਹੀਂ ਹੈ। ਪ੍ਰਥਮ ਭਗਉਤੀ ਸਿਮਰ ਕੈ
ਗੁਰੂ ਨਾਨਕ ਲਈ ਧਿਆਏ। ਹਾਂਜੀ, ਸਤਿਗੁਰ ਕੇ ਤਪ ਕੀ ਸ਼ਕਤ ਹੋਇ ਕਰ ਇਕ ਥਾਈ। ਮਹਾਰਾਜ ਕਹਿੰਦੇ ਸਤਿਗੁਰਾਂ ਦਾ ਤਪ ਇਕੱਠਾ ਹੋਇਆ, ਤਪ ਸਤਿਗੁਰਾਂ ਦੇ ਤਪ ਦੀ ਸ਼ਕਤੀ ਇੱਕ ਥਾਂ ਤੇ ਹੋਈ। ਦੋਹਰਾ ਦ્વੈ ਸ਼ਕਤੀ ਇੱਕ ਹੀ ਲਖੋ ਸਿਰਜਿਓ ਪੰਥ ਵਿਸਾਲ। ਇਸ ਕਰਕੇ ਦੋ ਸ਼ਕਤੀ ਨਾ ਜਾਣੋ, ਇੱਕ ਜਾਣੋ। ਚੰਡੀ ਵੀ ਉਹੀ ਹੈ ਤੇ ਗੁਰੂ ਨਾਨਕ ਵੀ ਉਹੀ ਹੈ। ਆਪ ਹੀ ਪਰਮੇਸ਼ਰ ਨੇ ਸਾਰੇ ਰੂਪ ਧਾਰਨ ਕੀਤੇ ਹੋਏ ਨੇ। ਏਕ ਤੋਂ ਅਨੇਕ ਹੈ, ਫਿਰ ਏਕ ਹੈ, ਅਨੇਕ ਹੈ ਫਿਰ ਏਕ ਹੈ। ਹਾਂਜੀ, ਇਮ ਪਾਹੁਲ ਕੇ ਭੇਦ ਕੋ ਭਾਖਿਓ ਸਿੱਖਣ ਨਾਲ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਖੰਡੇ ਦੀ ਪਹੁਲ ਦੀ ਮਰਜ਼ਾਦਾ, ਇਹਦਾ ਭੇਦ ਤੇ ਸ਼ਕਤੀ ਦਾ ਤੇ ਗੁਰੂ ਘਰ ਦਾ। ਅੱਜ ਕੱਲ੍ਹ ਵੀ ਸਾਧ ਸੰਗਤ ਜੀ, ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਨਾ, ਇਹ ਸਿੰਘ ਸਭਾ ਲਹਿਰ ਦੇ ਵਿੱਚ ਕਈ ਇਹੋ ਜਿਹੇ ਵਿਦਵਾਨ ਪੈਦਾ ਹੋ ਗਏ ਜਿਨ੍ਹਾਂ ਨੇ ਆਪਣੇ ਕਲਮ ਦੇ ਘੋੜੇ ਦੜਾਏ। ਅਨੁਭਵ ਕੋਈ ਨਹੀਂ ਸੀਗਾ, ਭਗਤੀ ਕੋਈ ਨਹੀਂ, ਜਪ ਤਪ ਕੋਈ ਨਹੀਂ, ਬਸ ਸੁਣੀਆਂ ਸੁਣਾਈਆਂ ਗੱਲਾਂ ਜੋ ਅੰਗਰੇਜ਼ ਕਹਿੰਦੇ ਕਿ ਉਹ ਲਿਖੀ ਗਏ। ਤੇ ਸਾਡੇ 'ਚ ਸ਼ੰਕਾ ਪਾਦਾ ਜੀ ਚੰਡੀ ਤਾਂ ਹੁੰਦੀ ਕੋਈ ਨਹੀਂ, ਗੁਰੂ ਮਹਾਰਾਜ ਕੋਈ ਦੇਵੀਆਂ ਨੂੰ ਪੂਜਣਗੇ। ਇੱਥੇ ਦੇਵੀ ਦੀ ਗੱਲ ਹੀ ਨਹੀਂ, ਇਹ ਤਾਂ ਸ਼ਕਤੀ ਦੀ ਗੱਲ ਹੈ। ਸ਼ਕਤੀ ਨੂੰ ਦੇਵੀ ਕਹਿ ਲਓ, ਚੰਡੀ ਕਹਿ ਲਓ, ਭਵਾਨੀ ਕਹਿ ਲਓ, ਕੁਛ ਕਹਿ ਲਓ, ਨਾਂ ਤਾਂ ਕੋਈ ਨਾ ਕੋਈ ਦੇਣਾ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪਰਮੇਸ਼ਰ ਦੇ ਕਿੰਨੇ ਨਾਮ ਹਨ। ਉਹ ਨਾਮਾਂ ਦੇ ਉੱਤੇ ਕਈ ਦੇਵਤਿਆਂ ਦੇ ਨਾਮ ਵੀ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਨੂੰ ਨਾਮ ਪਰਮਾਤਮਾ ਵਾਸਤੇ ਵੀ ਆਇਆ ਤੇ ਵਿਸ਼ਨੂੰ ਇੱਕ ਦੇਵਤਾ ਵੀ ਹੈ। ਹੁਣ ਆਪਾਂ ਕਿੱਧਰੋਂ ਅਰਥ ਲੈਣਾ? ਆਪਾਂ ਤਾਂ ਗੁਰਬਾਣੀ ਦੇ ਆਸ਼ਰੇ ਨਾਲ ਲਵਾਂਗੇ ਨਾ ਅਰਥ। ਜਿਵੇਂ ਪੰਗਤੀ ਆਉਂਦੀ, ਬਾਬਾ ਬਾਰ ਬਾਰ ਵਿਸ਼ਨ ਸੰਭਾਰ, ਬਾਰ ਬਾਰ ਵਿਸ਼ਨੂੰ ਨੂੰ ਚੇਤੇ ਕਰੋ। ਕਿਹੜੇ ਵਿਸ਼ਨੂੰ ਨੂੰ ਕਰੋ? ਜਿਹੜਾ ਵਿਸ਼ਵ ਦੇ ਵਿੱਚ ਵਿਆਪਕ ਹੈ। ਆਖੋ ਸ੍ਰੀ ਵਾਹਿਗੁਰੂ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਕਿਹੜੇ ਰਾਮ ਨੂੰ ਸਿਮਰੋ? ਜਿਹੜਾ ਸਾਰਿਆਂ 'ਚ ਰਮਿਆ ਹੋਇਆ। ਇਸ ਕਰਕੇ ਜਿਹੜੀ ਚੰਡੀ ਗੁਰੂ ਮਹਾਰਾਜ ਦਸਵੇਂ ਦੀ ਬਾਣੀ 'ਚ ਆਉਂਦੀ ਹੈ ਨਾ, ਉਹ ਚੰਡੀ ਸਾਧ ਸੰਗਤ ਜੀ ਉਹ ਹੈ ਜਿਹੜੀ ਆਦ ਸ਼ਕਤੀ ਹੈ, ਮੁੱਢਲੀ ਪਾਵਰ ਹੈ, ਐਨਰਜੀ ਹੈ, ਜਿਸ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਆਦਿ ਗੁਰੂ ਸ਼ੰਕਰਾਚਾਰਿਆ ਪਹਿਲਾਂ ਚੰਡੀ ਦਾ ਵਿਰੋਧ ਕਰਦੇ ਸਨ ਤੇ ਪ੍ਰਚਾਰ ਕਰਨ ਚਲੇ ਗਏ ਕਸ਼ਮੀਰ ਦੇ ਵਿੱਚ, ਕਿਉਂਕਿ ਕਸ਼ਮੀਰ ਦੇ ਲੋਕ ਚੰਡੀ ਨੂੰ ਮੰਨਦੇ ਸਨ, ਸ਼ਕਤੀ ਨੂੰ ਮੰਨਦੇ ਸਨ। ਤੇ ਇਹ ਉੱਥੇ ਜਾ ਕੇ ਸ਼ਕਤੀ ਦਾ ਖੰਡਨ ਕਰਨਾ ਚਾਹੁੰਦੇ ਸਨ। ਜਾਂਦੇ ਹੀ ਮਰੋੜ ਲੱਗ ਗਏ। ਜਦੋਂ ਮਰੋੜ ਲੱਗ ਗਏ, ਪੇਟ ਖਰਾਬ ਹੋ ਗਿਆ, ਪਏ ਧਰਤੀ ਤੇ ਕੋਈ ਸਾਂਭਣ ਵਾਲਾ ਨਹੀਂ। ਇੱਕ 4 ਸਾਲ ਦੀ ਕੁੜੀ ਆ ਕੇ ਕਹਿੰਦੀ, ਬਾਬਾ ਕਹਾਂ ਸੇ ਆਏ हैं? कहते दक्षिण भारत से आया हूँ। क्यों आए हैं? कहते मैं चंडी का खंडन करना शक्ति का। और 4 साल की लड़की कहती, बाबा फिर उठ के खंडन करो, शक्ति का खंडन करना फिर करो। कहते मेरे में उठने की शक्ति नहीं है। वो कहती जिस शक्ति से बिना आप उठ के बैठ भी नहीं सकते, उसी का खंडन करोगे? शक्ति तो बिना तो हम साध संगत जी आप बोल ही नहीं सकते, सुन भी नहीं सकते। आप शक्ति ही काम कर रही है, बोलन दी, सुनन दी, देखण दी। ਉਹੀ है प्रथम भगवती। गुरु घर च ਉਹਦੀ ਗੱਲ आई है। साढ़े भरावां ने इन्ना कूड़ कबाड़ बोलिया कि जी देवी की भगती लिखती जी, फलाना लिखता जी, 10वें पातशाह ने। कोई देवी की गल नहीं। ਉਹਨੂੰ देवी कह लो, चंडी कह लो। देवी की है? दैवी प्रकाश संयुक्त सो देवी है। ਜਿਹਦੇ 'ਚ ਦਿव्य प्रकाश ਹੋਵੇ ਉਹਨੂੰ ਦੇਵੀ ਕਹਿੰਦੇ ਆ। ਜਿਹੜੀ ਰਾਖਸ਼ਾਂ ਨੂੰ ਚੰਡ ਕੇ ਸੁੱਟ ਦੇਵੇ ਉਹਨੂੰ ਚੰਡੀ ਕਹਿੰਦੇ ਆ। ਜਿਹੜੀ ਕਾਲ ਰੂਪ ਹੋਵੇ ਉਹਨੂੰ ਕਾਲਕਾ ਕਹਿੰਦੇ ਆ। ਮੌਤ ਆ ਜਿਹੜੀ। ਇਸ ਕਰਕੇ ਗੁਣਾਂ ਦੇ ਨਾਮ ਹਨ। ਕੀਰਤਮ ਨਾਮ ਕਥੇ ਤੇਰੇ ਜੇਬਾ। ਜਿੰਨੇ ਤੇਰੇ ਗੁਣ ਨੇ ਉਹਨੇ ਤੇਰੇ ਨਾਮ ਨੇ। ਸਤ ਨਾਮ ਤੇਰਾ ਭਰਾਪੂਰ। ਇਹ ਅਸਲੀ ਤੇਰਾ ਨਾਮ ਹੈ ਸਤ। ਬਸ ਤੂੰ ਹੈ, ਕੋਈ ਨਹੀਂ ਕਹਿ ਸਕਦਾ ਤੂੰ ਨਹੀਂ ਹੈ। ਜਿਵੇਂ ਕੋਈ ਬੰਦਾ ਕਹਿ ਸਕਦਾ ਵੀ ਮੇਰੇ ਮੂੰਹ 'ਚ ਜ਼ਬਾਨ ਕੋਈ ਨਹੀਂ। ਕੋਈ ਕਹਿ ਸਕਦਾ? ਕਿਸੇ ਬੰਦੇ ਨੂੰ ਕਹੋ ਵੀ ਕਹਿ ਮੇਰੇ ਮੂੰਹ 'ਚ ਜ਼ਬਾਨ ਕੋਈ ਨਹੀਂ, ਉਹ ਕਹੇਗਾ ਲੈ ਵੱਡਾ ਝੂਠ ਹੈ, ਮੂੰਹ 'ਤੇ ਜ਼ਬਾਨ ਨਾਲ ਹੀ ਤਾਂ ਕਹਿ ਰਿਹਾ ਵੀ ਜ਼ਬਾਨ ਕੋਈ ਨਹੀਂ ਹੈ। ਸ਼ਕਤੀ ਤੋਂ ਬਿਨਾਂ ਤਾਂ ਗੱਲ ਹੀ ਕੋਈ ਨਹੀਂ। ਤੇ ਸ਼ਕਤੀ ਨੂੰ ਕਹਿੰਦੇ ਸ਼ਕਤੀ ਹੈ ਨਹੀਂ। ਕਿੰਨੀ ਮੂਰਖਤਾ ਹੈ। ਸੋ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਆਦ ਸ਼ਕਤੀ ਚੰਡਕਾ ਅਸੀਂ ਪ੍ਰਗਟ ਕੀਤੀ ਹੈ। ਪਾਹੁਲ ਕੇ ਭੇਦ ਕੋ ਭਾਖਿਓ ਸਿੱਖਣ ਨਾਲ। ਇਹਦਾ ਮਹਾਰਾਜ ਨੇ ਅੰਮ੍ਰਿਤ ਦੀ ਸਾਰੀ ਗੱਲ ਸਮਝਾਈ ਹੈ ਕਿ ਖਾਲਸਾ ਜੀ ਜਿਹੜੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਭਗਤੀ ਰੂਪ ਹੈ।
ਜਿਹੜੀ ਦਸਮ ਦੀ ਬਾਣੀ ਅੰਮ੍ਰਿਤ ਵਿੱਚ ਪੜ੍ਹੀ ਹੈ ਉਹ ਸ਼ਕਤੀ ਰੂਪ ਹੈ। ਤੇਜ ਤੇਜ ਜੋ ਚੰਡੀ ਬਾਣੀ ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਜਦੋਂ ਜਪਜੀ ਸਾਹਿਬ ਦਾ 5 ਪਿਆਰੇ ਪਾਠ ਕਰਦੇ ਨੇ ਉਸ ਵੇਲੇ ਭਗਤੀ ਦੀ ਲਹਿਰ ਦੌੜਦੀ ਅੰਮ੍ਰਿਤ ਵਿੱਚ। ਜਦੋਂ ਜਾਪ ਸਾਹਿਬ ਪੜ੍ਹਿਆ ਜਾਂਦਾ ਸ਼ਕਤੀ ਦਾ ਸੰਚਾਰ ਹੋ ਜਾਂਦਾ। ਇਸ ਕਰਕੇ ਭਾਈ ਖੰਡੇ ਦੀ ਪੌਲ ਵਿੱਚ ਸ਼ੰਕਾ ਨਾ ਕਰੋ, ਇਹਦੇ ਵਿੱਚ ਭਗਤੀ ਸ਼ਕਤੀ ਦੋਵੇਂ ਹੀ ਨੇ। ਸੋ ਗੁਰੂ ਸਾਹਿਬ ਜੀ ਨੇ ਬੜਾ ਗੁੱਝਾ ਭੇਦ ਸਮਝਾਇਆ। ਪਰ ਸਾਧ ਸੰਗਤ ਜੀ ਇੱਕ ਦਿਨ ਕਲਾਸ 'ਚ ਬੈਠਿਆਂ ਨਹੀਂ ਪੜ੍ਹਾਈ ਸਮਝ ਆਉਂਦੀ। ਇਹ ਹੌਲੇ ਹੌਲੇ ਜਿਨ੍ਹਾਂ ਨੂੰ ਅੱਜ ਨਾ ਆਏ ਸਮਝ ਸੁਣਦੇ ਰਹੋ। ਕੱਲ੍ਹ ਆ ਜਾਏਗੀ, ਪਰਸੋਂ ਆ ਜਾਏਗੀ, ਇਸ ਸਾਲ ਆ ਜਾਏਗੀ, ਅਗਲੇ ਸਾਲ ਆ ਜਾਏਗੀ, ਇਸ ਜਨਮ 'ਚ ਆ ਜਾਏਗੀ, ਅਗਲੇ ਜਨਮ 'ਚ ਆ ਜਾਏਗੀ। ਜਦੋਂ ਆ ਗਈ ਉਹ ਗੱਲ ਬਣ ਜਾਏਗੀ। ਪਰ ਸੁਣਨਾ ਤਾਂ ਸ਼ੁਰੂ ਕਰੀਏ। ਅਸੀਂ ਸੁਣਦੇ ਹੀ ਨਹੀਂ, ਪਹਿਲਾਂ ਹੀ ਨਾ ਡੱਕਾ ਲਾਇਆ ਹੁੰਦਾ। ਨਹੀਂ ਜੀ ਇਹ ਤਾਂ ਅਸੀਂ ਗੱਲ ਪਹਿਲੀ ਵਾਰੀ ਸੁਣੀ ਹੈ। ਮੈਂ ਕਹਿੰਦਾ ਉਹਨਾਂ ਫਿਰ ਪਹਿਲਾਂ ਸੁਣ ਲੈਣੀ ਸੀ, ਸਾਡਾ ਕੀ ਕਸੂਰ ਹੈ, ਗ੍ਰੰਥਾਂ 'ਚ ਤਾਂ ਪਹਿਲਾਂ ਹੀ ਲਿਖੀ ਹੋਈ ਹੈ। ਅਸੀਂ ਸੁਣਦੇ ਲੇਟ ਹਾਂ। ਸੋ ਖਾਲਸਾ ਜੀ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ।